बिखम नदी जाए तरनी, बेदस महा रुती थिती वार पले, घड़ी मुहत पल साचे आए सहज मिले। महादिवस मुहूर्त भले जिसको नदर करे, नानक मंगै दरसदान कृपा करो हरे। नानक मंगै दरसदान कृपा करो हरे। सतनाम वाहिगुरु साहिब जियो। 12 महा मांझ महला पंजवा, घर चौथा एक ओंकार सतगुर प्रसाद। भादों भरम भुलाणियाँ दूजै लगा हेत, लख शिंगार बनाया कारज नाही केत। भादों भरम फुलाणियाँ दूजै लगा हेत, लख शिंगार बनाया कारज नाही केत। जित दिन देह बिनससी तित वेलै कहसन प्रेत, पकड़ चलायन दूत जम किसै न देनी भेत। छड़ खड़ोते खिनय माह जिन स्यों लगा हेत, हथ मरोड़ै तन कपे स्याहों होआ सेत। जेहा बीजै सो लुणै कर्मा संदड़ा खेत, नानक प्रभु शरणागति चरण बोहित प्रभु देत। से भादों नरक ना पाई है, गुर रखण वाला हेत। नानक प्रभु शरणागति चरण बोहित प्रभु देत। से भादों नरक ना पाई है, गुर रखण वाला हेत। वाहिगुरु जी का खालसा, वाहिगुरु जी की फतेह। जुगो जुग अटल शब्द सतगुरु तन तन गुरु ग्रंथ साहिब जी, गुरु पातशाह दे हजूर, हाजरीन सतसंगत जीओ, वडभागी हाँ गुरु दरबार हाजिर होने का सुभाग है। शाम समय अजे हुणे आप गुरबाणी कीर्तन मान रहे सी, हुणे समा गुरशब्द व्याख्या दा है, जिस विच रचना 12वां माझ राग का हिस्सा, उस विचों भादों दे सिरनामे हेठ आ रहा पदा आपने सरवण किया है। इहदा रीज़न देसी महीनों की वंड मुताबक
ਅੱਜ ਭਾਦੋਂ ਦਾ ਮਹੀਨਾ ਪ੍ਰਾਰੰਭ ਹੁੰਦਾ ਹੈ। ਸਾਡੀ ਇੱਕ ਪੁਰਾਣੀ ਰਵਾਇਤ ਜਿਹਦੇ ਵਿੱਚ ਗੁਰਬਾਣੀ ਦੇ ਨਾਲ ਆਤਮਸਾਤ ਹੁੰਦਿਆਂ ਹੋਇਆਂ ਹਰ ਪੱਖ ਤੋਂ, ਹਰ ਜ਼ਰੀਏ ਤੋਂ ਗੁਰਬਾਣੀ ਦੇ ਨਾਲ ਸਾਂਝ ਪਾਉਣ ਵਾਸਤੇ ਵੱਖਰੇ ਵੱਖਰੇ ਸੋਰਸ ਸਾਨੂੰ ਪ੍ਰਾਪਤ ਹੁੰਦੇ, ਉਹਨਾਂ 'ਚ ਇੱਕ ਸੋਰਸ ਵੀ ਅਸੀਂ ਯੂਜ਼ ਕਰਦੇ ਹਾਂ। ਸੋ ਉਸੇ ਟਰਡੀਸ਼ਨਸ ਨੂੰ ਫੁੱਲਫਿਲ ਕਰਦਿਆਂ ਹੋਇਆਂ ਇਹ ਬਚਨ ਆਪ ਜੀ ਨੇ ਸਰਵਨ ਕੀਤਾ ਹੈ। ਅਗਲੇਰੇ ਸਮੇਂ ਦੇ ਵਿੱਚ ਇਹਦੀ ਵਿਵੇਚਨਾ ਵਿਆਖਿਆ ਨਾਲ ਸਾਂਝ ਪਾਵਾਂਗੇ। ਜਿਵੇਂ 12 ਮਾਹ, 12 ਮੀਨ 12, 12 ਹਿੰਸਿਆਂ ਦਾ ਨਿਊਮਰਲ ਨੰਬਰਸ, ਮਾਹ ਮੀਨ ਮਹੀਨੇ, 12 ਮਹੀਨਿਆਂ ਦੇ ਸਿਰਨਾਵੇਂ, ਉਹਨਾਂ ਦੇ ਜਿਹੜੇ ਮਹੀਨਿਆਂ ਦੇ ਟਾਈਟਲਸ ਨੇ, ਉਹਨਾਂ ਨੂੰ ਯੂਜ਼ ਕਰਦਿਆਂ ਹੋਇਆਂ ਗੁਰਮਤਿ ਸੰਦੇਸ਼ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹੈ। ਸਾਨੂੰ ਦੋ ਖਾਸ ਕਰਕੇ ਤੁਖਾਰੀ ਵਿੱਚ ਅਤੇ ਮਾਝ ਵਿੱਚ 12 ਮਾਹ ਮਿਲਦੇ ਨੇ। ਪੰਜਾਬੀ ਫੋਕਲੋਰ ਦਾ ਹਿੱਸਾ ਵੀ ਇਹ ਬਹੁਤ ਸਾਰੇ 12 ਮਾਹ ਪੰਜਾਬੀ ਲਿਟਰੇਚਰ 'ਚ ਤੁਹਾਨੂੰ ਨਵੇਂ ਪੁਰਾਣੇ ਮਿਲ ਜਾਣਗੇ ਲਿਖੇ ਹੋਏ, ਜਿਨ੍ਹਾਂ ਵਿੱਚ ਰੁੱਤਾਂ ਦਾ, ਬਦਲਦੇ ਸੀਜ਼ਨਸ ਦਾ, ਮੌਸਮ ਦੇ ਬਦਲਦੇ ਮਿਜ਼ਾਜ ਦੇ ਨਾਲ ਉਹਨਾਂ ਮਹੀਨਿਆਂ ਦੇ ਸਿਰਨਾਵੇਂ ਯੂਜ਼ ਕਰਦੇ ਹਾਂ। ਆਪੋ ਆਪਣੇ ਮਨੋਭਾਵ ਜਿਹੜੇ ਅੰਦਰ ਥਾਟਸ ਨੇ ਉਹਨਾਂ ਨੂੰ ਐਕਸਪ੍ਰੈਸ ਕੀਤਾ ਜਾਂਦਾ ਹੈ। ਗੁਰੂ ਸਾਹਿਬ ਇੱਕ ਇਲਾਹੀ ਰੂਹਾਨੀ ਰਚਨਾ ਜਿਹੜੀ ਸਰਬਕਾਲੀ ਹੈ, ਸਰਬਦੇਸੀ ਹੈ, ਜਿਹੜੀ ਜਿਹਨੂੰ ਕਿਹਾ ਜਾਏ ਕਿ ਵਿਚ ਇਜ਼ ਆਲਵੇਜ਼ ਯੂਜ਼ਫੁਲ beyond time, beyond limit, beyond actually regional kind of boundaries. That kind of scripture Guru Maharaj was producing, and in that time Guru Sahib has gifted this sort of scripture to us। ਇੱਕ ਤਰ੍ਹਾਂ ਦਾ ਵੀ ਇੱਕ ਸਾਨੂੰ ਇੱਕ ਰੂਪ ਗੁਰੂ ਸਾਹਿਬ ਨੇ ਬਖਸ਼ਿਆ ਹੈ। ਜਿਵੇਂ 12 ਦਾ ਮਹੀਨਾ, 12 ਮਹੀਨਿਆਂ ਦੇ ਜ਼ਿਕਰ ਨਾਲ 12 ਨੰਬਰ ਆ ਜਾਂਦਾ, ਪਰ ਜਦੋਂ ਅਸੀਂ ਰਚਨਾ ਪੜ੍ਹਦੇ ਹਾਂ ਇਸ ਰਚਨਾ ਦੇ 12 ਨਹੀਂ, ਪਦੇ 14 ਨੇ, ਹਿੱਸੇ 14 ਬਣਦੇ ਨੇ। ਜਿਵੇਂ ਆਹੀ ਭਾਦੋਂ ਦਾ ਜ਼ਿਕਰ ਆ ਰਿਹਾ ਹੈ ਅਤੇ ਇਹ ਇਸ ਬਾਣੀ ਦੇ ਨੰਬਰਸ ਦੇ ਮੁਤਾਬਕ 7ਵਾਂ ਪਦਾ ਆ। ਦੇਸੀ ਮਹੀਨਿਆਂ ਦੀ ਵੰਡ ਮੁਤਾਬਕ ਇਹ 6ਵਾਂ ਮਹੀਨਾ ਆ। ਇਹਦਾ ਰੀਜ਼ਨ ਇਹ ਹੈ ਕਿ ਇਸ ਰਚਨਾ ਦੇ ਵਿੱਚ 2 ਐਕਸਟਰਾ ਜੋ ਪਦੇ ਨੇ ਉਹ ਦਰਜ ਆ ਰਹੇ ਨੇ, ਦਰਜ ਕੀਤੇ ਗਏ ਨੇ। ਪਹਿਲਾ ਜਿਹੜਾ ਉਪਮੇਹ ਦਾ ਪਦਾ ਆ, ਜਿਹਨੂੰ ਅਸੀਂ ਇੰਟਰੋਡਕਟਰੀ ਪਦਾ ਕਹਿ ਸਕਦੇ ਹੈਗੇ ਆ, ਉਹ 'ਚ ਗੁਰੂ ਬਾਬਾ ਜੀ ਦੱਸਦੇ ਨੇ ਕਿ ਰਚਨਾ ਦਾ ਮੋਟਿਵ ਕੀ ਹੈ। ਇਹ ਰਚਨਾ ਜਿਹੜੀ ਹੈ ਆਖਿਰਕਾਰ ਇਹਦਾ ਮੁੱਖ ਭਾਵ ਕੀ ਹੈ ਉਚਰਿਤ ਕਰਨ ਦਾ, ਰਚਨਾ ਰਚਨ ਦਾ। ਇਹਦੀ ਪ੍ਰਾਰੰਭਤਾ ਹੁੰਦੀ ਹੈ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹਿਨ ਦਿਸ ਭਰਮੇ ਥਕੇ ਆਏ ਪ੍ਰਭ ਕੀ ਸਾਮ, ਤੇਨ ਦੁਦੈ ਤੇ ਬਾਹਰੀ ਕਿਤੈ ਨ ਆਵੈ ਕਾਮ, ਜਲ ਬਿਨ ਸਾਹ ਕੁਮਲਾਵਤੀ ਉਪਜੈ ਨਾ ਹੀ ਦਾਮ। ਆਹ ਬਚਨ ਸ਼ੁਰੂ ਹੁੰਦਾ ਹੈ। ਜੇ ਤੋਂ ਭਾਵ ਸਿੱਧੇ ਤੌਰ 'ਤੇ ਲੱਗਦਾ ਹੈ ਕਿ ਜਿਹੜੀ ਸਾਡੀ ਇਸ ਰੂਹ ਦੀ, ਪਰਮ ਰੂਹ ਦੇ ਨਾਲ ਦੂਰੀ ਬਣ ਗਈ ਹੈ, ਵਿਛੋੜਾ ਪੈ ਗਿਆ, ਉਸ ਨੂੰ ਦੂਰ ਕਰਨ ਵਾਸਤੇ, ਉਹਦੇ 'ਚ ਬ੍ਰਿਜਿੰਗ ਕਰਨ ਵਾਸਤੇ ਇਹ ਮੈਸੇਜ ਸਾਡੀ ਹੈਲਪ ਕਰੇਗਾ। ਸੋ ਗੁਰੂ ਬਾਬਾ ਜੀ ਜਿਹੜੀ ਬਾਤ ਹੀ ਪ੍ਰਾਰੰਭ ਕਰਦੇ, ਕਿਰਤ ਕਰਮ ਕੇ ਵਿਛੁੜੇ, ਕਰਮ ਅਤੇ ਕਿਰਤ, ਜੋ ਅਸੀਂ ਇਫ ਵੀ ਗੋ ਥਰੂ ਵਿਦ ਦ ਡਿਕਸ਼ਨਰੀਜ਼ ਔਰ ਐਨੀ ਪੰਜਾਬੀ source of translation, then you can find out both words are synonym। ਇਹ ਪ੍ਰਾਇਵਾਚੀ ਨੇ, ਇੱਕ ਦੂਜੇ ਦੀ ਜਗ੍ਹਾ 'ਤੇ ਯੂਜ਼ ਹੋ ਜਾਂਦੇ ਨੇ, ਕਿਰਤ ਵੀ ਅਤੇ ਕਰਮ ਵੀ। ਪਰ ਜੋ ਤੁਸੀਂ ਡਿਟੇਲਡ ਵਿੱਚ ਜਾਓਗੇ, ਡੀਪ ਲੈਵਲ 'ਤੇ ਦੇਖੋਗੇ, ਫਿਰ ਪਤਾ ਲੱਗੇਗਾ ਕਿ ਇਹਦਾ ਇੱਕ ਡਿਫਰੈਂਸ ਵੀ ਹੈ ਦੋਵਾਂ ਦੇ ਵਿੱਚ। ਕਰਮ ਉਹ ਵੀ ਕਰਮ ਹੁੰਦਾ ਆ, ਐਨੀ ਕਾਈਂਡ ਆਫ ਐਕਸ਼ਨਸ ਵਿਚ ਵੀ ਆਰ ਡੂਇੰਗ ਫਸਟ ਟਾਈਮ ਔਰ ਐਟ ਐਕਚੁਅਲੀ ਵਨ ਟਾਈਮ ਐਟ ਅ ਲੈਵਲ। ਅਸੀਂ ਜਿਸ ਨੂੰ ਇੱਕ ਵਾਰ ਕਰਦੇ ਹਾਂ। ਜਿਵੇਂ ਸਪੋਜ਼ ਕਰੋ ਤੁਸੀਂ ਜ਼ਿੰਦਗੀ 'ਚ ਕਦੀ ਕਿਸੇ ਨੇ ਸਾਈਕਲ ਰਾਈਡ ਨਹੀਂ ਕੀਤਾ ਅਤੇ ਅੱਜ ਪਹਿਲੇ ਦਿਨ ਸਾਈਕਲ ਚਲਾ ਰਿਹਾ ਕੋਈ ਬੰਦਾ, ਇਹ ਉਹਦਾ ਕਰਮ ਹੈ, ਬੜਾ ਔਖਾ ਆ। ਪਰ ਜਿਵੇਂ ਹੀ ਉਹ ਲਗਾਤਾਰ ਐਕਸਰਸਾਈਜ਼ ਕਰੇਗਾ, ਪ੍ਰੈਕਟਿਸ ਕਰੇਗਾ, ਹੌਲੀ ਹੌਲੀ ਕੀ ਹੋਏਗਾ, ਬਹੁਤ ਈਜ਼ੀਲੀ ਸਾਈਕਲ ਚਲਾਉਣ ਲੱਗ ਜਾਏਗਾ। ਇਹ ਹੁਣ ਉਹਦੀ ਕਿਰਤ ਬਣ ਗਈ ਹੈ, ਕਸਬ ਬਣ ਗਿਆ, ਸੁਭਾਅ ਬਣ ਗਿਆ। ਹੁਣ ਜਿਹੜੇ ਕਿਰਤ ਕਰਮ ਕੇ ਵਿਛੁੜੇ, ਅਸੀਂ ਮਨੁੱਖੀ ਜੀਵ ਹਾਂ, ਵਕਾਰ ਕਮਾ ਰਹੇ ਹਾਂ, ਝੂਠ ਬੋਲ ਰਹੇ ਹਾਂ, ਦਗਾ, ਫਰੇਬ, ਧੋਖਾ, ਈਰਖਾ, ਦੁਆਖ, ਤ੍ਰਿਸ਼ਨਾ, ਹਰ ਚੀਜ਼ ਅੰਦਰ ਚੱਲ ਰਹੀ ਹੈ, ਪਤਾ ਹੀ ਕੋਈ ਨਹੀਂ। ਐਵੇਂ ਹੀ ਹੈ ਜਿਵੇਂ ਕੋਈ ਸਾਈਕਲ ਜਿਹੜਾ ਰਾਈਡ ਕਰ ਰਿਹਾ ਅਤੇ ਦੂਜਾ ਬੰਦਾ ਵੇਖਦਾ ਵੀ ਕਿੰਨਾ ਹਾਰਡ ਆ, 2 ਵੀਲਸ ਦੇ ਉੱਤੇ ਬੈਲੈਂਸ ਬਣਾ ਕੇ ਬੰਦਾ ਚੱਲੀ ਜਾ ਰਿਹਾ, ਅਤੇ ਜਿਹੜਾ ਬੰਦਾ ਚਲਾ ਰਿਹਾ ਉਹਨੂੰ ਪਤਾ ਹੀ ਕੁਛ ਨਹੀਂ। ਉਹ ਕਹਿੰਦਾ ਵੀ
ਕਿ ਕਿਹੜੀ ਵੱਡੀ ਗੱਲ ਆ। ਇਹ ਹੈ ਕਿਰਤ ਕਰਮ, ਮਤਲਬ ਔਗਣ ਹੋ ਰਹੇ ਨੇ, ਜ਼ਿੰਦਗੀ ਗੁਨਹਗਾਰੀਅਤ ਨਾਲ ਭਰ ਰਹੀ ਹੈ। ਇਹ ਸਭ ਚੀਜ਼ਾਂ ਬਾਬਾ ਜੀ ਕਹਿੰਦੇ ਪਤਾ ਕੋਈ ਨਹੀਂਗਾ। ਦਾਤਾ ਤੂੰ ਤਰਸ ਕਰ, ਇਹ ਅਲਾਮਤ, ਇਹ ਜੀਵਨ ਦਾ ਹਿੱਸਾ ਹੈ, ਇਹਨੂੰ ਸੁਧਾਰ ਸਕਾਂ। ਇਹਦੇ ਸਦਕਾ ਵਿਛੋੜਾ ਆ, ਡੇ ਬਾਈ ਡੇ ਤੇਰੇ ਤੇ ਮੇਰੇ ਦਰਮਿਆਨ ਜਿਹੜਾ ਡਿਸਟੈਂਸ ਹੈ, ਜਿਹੜੀ ਦੂਰੀ ਹੈ, ਉਹ ਵੱਧ ਰਹੀ ਹੈ। ਕਿਰਤ ਕਰਮ ਕੇ ਵਿਛੁੜੇ। ਤੇ ਹੁਣ ਜੇ ਮਿਲਣਾ ਆ ਤੇ ਇਕੱਲੇ ਕਰਮ ਬਦਲ ਕੇ ਤੇ ਮਿਲਾਂਗਾ, ਮਿਲ ਨਹੀਂ ਪਾਵਾਂਗਾ ਸ਼ਾਇਦ ਮੈਂ, ਕਿਉਂਕਿ ਦੂਰੀ ਇੰਨੀ ਹੋ ਗਈ ਹੈ। ਜਿਵੇਂ ਸਪੋਜ਼ ਕਰੋ ਤੁਸੀਂ ਭਾਵੇਂ ਹਾਈਵੇ ਦੇ ਉੱਤੇ 100 ਕਿਲੋਮੀਟਰ ਸਪੀਡ 'ਤੇ ਗੱਡੀ ਚਲਾ ਰਹੇ ਹੋ, ਬਟ ਇਫ ਯੂ ਆਰ ਗੋਇੰਗ opposite direction of your actually destination or your destiny, then ਤੁਸੀਂ 10 ਘੰਟੇ 20 ਘੰਟੇ 50 ਘੰਟੇ ਗੱਡੀ ਚਲਾਈ ਤੇ ਤੁਸੀਂ ਉਹਨੇ 100 ਕਿਲੋਮੀਟਰ ਦੂਰ ਚਲੇ ਗਏ। ਹੁਣ ਤੁਸੀਂ ਵਾਪਸੀ ਤੇ ਜੇ ਕਹੋ ਕਿ ਮੈਂ ਹੁਣ ਨਾ, ਸਪੋਜ਼ ਕਰੋ ਕੋਈ 10 ਦਿਨ ਹੀ ਗੱਡੀ ਚਲਾਉਂਦਾ ਆ ਗਿਆ, 10 ਦਿਨਾਂ 'ਚ ਕਿੰਨਾ ਡਿਸਟੈਂਸ ਜਿਹੜਾ ਹੈਗਾ ਬਣ ਗਿਆ ਹੋਣਾ। ਹੁਣ ਤੁਸੀਂ ਕਹੋ ਕਿ ਮੈਂ ਡਬਲ ਸਪੀਡ ਤੇ ਗੱਡੀ ਚਲਾ ਕੇ ਤੇ ਵਾਪਸ ਆ ਜਾਵਾਂਗਾ, ਇੰਨਾ ਸਮਾਂ ਲੱਗ ਗਿਆ ਦੂਰ ਜਾਂਦਿਆਂ। ਵਾਪਸੀ ਤੇ ਜੇ ਉਸ ਤੋਂ ਅੱਧਾ ਵੀ ਲੱਗੇਗਾ ਤੇ ਬੜਾ ਸਮਾਂ ਹੈ। ਫਿਰ ਵੀ ਕੋਈ ਇੱਕ ਜੀਵਨ ਦਾ ਥੋੜਾ ਹੈ, ਪਤਾ ਨਹੀਂ ਕਦੋਂ ਦੇ ਅਸੀਂ we are holding so many actually traits, so many habits. If we go through with the roots, then we can find out the roots are coming from the actually before lives and before actually this you can say human form, and we have so much inside us. So how can we actually come out of that whole trap or whole actually mess? Baba ji saying, ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਵੱਸੋਂ ਬਾਹਰ ਆ। ਅਸੀਂ ਸ਼ਾਇਦ ਇਸ ਨੂੰ ਉਸ ਤਰੀਕੇ ਨਾਲ ਕ੍ਰਾਸ ਨਾ ਕਰ ਸਕੀਏ, ਇਸ ਤਰੀਕੇ ਨਾਲ ਅਸੀਂ ਇਸ ਤੋਂ ਬਾਹਰ ਨਾ ਆ ਸਕੀਏ। ਇੱਕ ਤੁਸੀਂ ਤਰਸ ਕਰੋ, ਕਰ ਕਿਰਪਾ, ਸਾਡੇ ਤੇ ਕਿਰਪਾ ਕਰਦੇ, ਰਹਿਮਤ ਕਰਦੇ, ਮੇਲੋ ਰਾਮ ਤੇ ਆਪਣੇ ਨਾਲ ਮਿਲਾ ਲੈ। ਸੋ ਇੱਥੋਂ ਇਹ ਮਜ਼ਮੂਨ ਸ਼ੁਰੂ ਹੁੰਦਾ ਹੈ। ਇਹ 12 ਮਹਾਂ ਰਚਨਾ ਇੱਕ ਅਰਦਾਸ ਦੀ ਰਚਨਾ ਆ, ਇੱਕ ਪ੍ਰਾਰਥਨਾ ਦੀ ਰਚਨਾ ਆ, ਅਕਾਲ ਪੁਰਖ ਵਾਹਿਗੁਰੂ ਤੋਂ ਬਣੀ ਹੋਈ ਦੂਰੀ ਨੂੰ ਦੂਰ ਕਰਨ ਵਾਸਤੇ। ਅਕਸਰ ਅਸੀਂ ਜਦੋਂ ਕਿਤੇ ਮਹੀਨੇ ਦੇ ਸਿਰਨਾਵਿਆਂ ਦੀ ਬਾਤ ਕਰਦੇ ਹਾਂ ਅਤੇ ਉਹਨਾਂ ਦੇ ਨਾਲ ਡਿਟੇਲ ਜ਼ਿਕਰ ਕਰਦੇ ਹਾਂ, ਪਰ ਅੱਜ ਉਸ ਲੈਵਲ 'ਤੇ ਨਹੀਂ ਜਾਵਾਂਗਾ, ਸਿਰਫ ਪਦੇ 'ਤੇ ਵਾਪਸ ਆ ਰਿਹਾ ਵਾਂ। ਇੰਨਾ ਹੀ ਅਹਿਸਾਸ ਰੱਖੋ ਕਿ ਇਹ ਇੱਕ ਬਿਰਹਣੀ ਗੀਤ ਆ, ਜਿਹਦੇ 'ਚ ਵੱਡਾ ਹਿੱਸਾ ਜਿਹੜਾ ਆ, ਜਿਹੜੀ ਇਹਦੇ 'ਚ ਡੋਮੀਨੇਟਿੰਗ ਜਿਹੜਾ ਤੁਹਾਨੂੰ ਇਹਦੇ 'ਚ ਕਲਰ ਮਿਲੇਗਾ, ਡੋਮੀਨੇਟਿੰਗ ਜਿਹੜੀ ਇਹਦੇ 'ਚ ਸੁਰ ਮਿਲੇਗੀ, ਥਾਟ ਮਿਲੇਗਾ, ਉਹ ਮਿਲੇਗਾ ਵਿਛੋੜੇ ਦਾ, ਜਿਹਨੂੰ ਤੁਸੀਂ ਕਹਿ ਲਓ ਹਿਜ਼ਰ ਕਾਈਂਡ ਆਫ, ਜਿਹਨੂੰ ਸਾਡੀ ਰੱਬ ਜੀ ਤੋਂ ਜਿਹੜੀ ਅਸੀਂ ਸੈਪਰੇਟ ਹੋ ਗਏ ਹਾਂ, ਸੈਪਰੇਸ਼ਨ ਹੈ ਸਾਡੀ, ਉਹ ਸਾਨੂੰ ਪੀੜਾ ਦੇ ਰਹੀ ਹੈ, ਉਹ ਦੈਟ ਕਾਈਂਡ ਆਫ ਸੋਰੋ ਵੀ ਕੈਨ ਸੀ। ਸੈਕਿੰਡ ਜਿਹੜਾ ਆ ਉਹ ਮਿਲੇਗਾ ਹੋਪ, ਉਮੀਦ, ਵੀ ਮੈਂ ਸਫ਼ਰ ਤੇ ਜ਼ਰੂਰ ਕਰ ਰਿਹਾ ਉੱਥੋਂ ਦੂਰ ਰਹਿ ਕੇ, ਪਰ ਆਸ ਹੈ, ਉਮੀਦ ਹੈ। ਜਿਵੇਂ ਸਾਵਨ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ, ਪਿਛਲਾ ਪਦਾ ਹੀ ਤੁਸੀਂ ਸੁਣਿਆ ਹੋਏ ਤੇ, ਵੀ ਤੇਰੇ ਨਾਲ ਮਿਲਣ ਦੀ ਆਸ ਹੈ, ਕਿਉਂਕਿ ਪਤਾ ਆ ਜਿਹੜੀ ਜੀਵ ਰੂਪੀ ਇਸਤਰੀ ਤੇਰੀ ਯਾਦ ਵਿੱਚ ਚਲੀ ਜਾਂਦੀ, ਉਹ ਸਰਸ ਜਾਂਦੀ ਹੈ, ਉਹ ਸੁੱਕੇ ਹੋਏ ਨੂੰ ਵੀ ਬਿਰਖ ਵਾਂਗੂ ਪੱਤੇ ਲੱਗ ਜਾਂਦੇ ਨੇ, ਉਹਦੇ ਜੀਵਨ 'ਚ ਰਸ ਆ ਜਾਂਦਾ ਹੈਗਾ। ਇਸ ਕਿਸਮ ਦੀ ਬਾਤ ਆ ਰਹੀ ਹੈ। ਫਿਰ ਤੀਸਰਾ ਹੈ ਮਲਾਪ, ਜਿਹਨੂੰ ਕਹਿ ਲਓ ਇੱਕ ਐਕਸਟ੍ਰੀਮ ਲੈਵਲ 'ਤੇ ਜਾ ਕੇ ਜਦੋਂ ਬੰਦਾ ਉਸ ਥ੍ਰੈਸ਼ਹੋਲਡ ਨੂੰ ਟੱਚ ਕਰਦਾ ਹੈ, ਜਿਹਨੂੰ ਅਸੀਂ ਐਕਸਟ੍ਰੀਮ ਪਲੈਜਰ ਕਹਿੰਦੇ ਹਾਂ, ਜਿਹੜਾ ਆਨੰਦ ਆ, ਜਿਹੜੀ ਉਹ ਆਤਮਕ ਅਵਸਥਾ ਜਿੱਥੇ ਜਾ ਕੇ ਬੰਦਾ ਐਕਚੁਅਲ ਲੈਵਲ 'ਤੇ ਉਹ ਯੂਫੋਰੀਆ ਫੀਲ ਕਰਦਾ ਆ, ਉਹਨੂੰ ਗੁਰੂ ਬਾਬਾ ਜੀ ਨੇ ਫਿਰ ਅਖੀਰਲੇ ਪਦਿਆਂ ਜਾ ਕੇ ਬਿਆਨ ਕੀਤਾ, ਫਲਗੁਣ ਆਨੰਦ ਉਪਾਰਜਣਾ ਹਰ ਸੱਜਣ ਪ੍ਰਗਟੇ ਆਏ। ਜਦੋਂ ਉਹਦੀ ਆਮਦ ਹੋ ਗਈ, ਜਦੋਂ ਪ੍ਰਗਟ ਹੋ ਗਿਆ, ਫਿਰ ਦੈਟ ਟਾਈਮ ਆਈ ਹੈਵ ਹਾਈਐਸਟ ਲੈਵਲ ਆਫ ਪਲੈਜ਼ਰ, ਦੈਟ ਇਜ਼ ਫਲਗੁਣ ਆਨੰਦ ਉਪਾਰਜਣਾ, ਆਨੰਦ ਦੀ ਅਵਸਥਾ ਜਿਹੜੀ ਹੈ। ਸੋ ਇਹ 3 ਸੁਰਾਂ ਇਹਦੇ 'ਚ ਤੁਹਾਨੂੰ ਮਿਲਣਗੀਆਂ। ਬਾਕੀ ਹੋਰ ਡਿਟੇਲਡ ਵੀ ਬਾਤ ਹੋ ਸਕਦੀ, ਪਰ ਨੈਕਸਟ ਐਕਚੁਅਲੀ ਐਟ ਪ੍ਰੈਜ਼ੈਂਟ ਲੈਟਸ ਐਕਚੁਅਲੀ ਡਿਸਕਸ ਦੀਜ਼ ਭਾਦੋਏ ਟਾਈਟਲਸ ਲਾਈਨਸ ਔਰ ਦਿਸ ਪਦਾ। ਇੱਥੇ ਬਾਬਾ ਜੀ ਜ਼ਿਕਰ ਕਰਦੇ ਨੇ ਕਿ ਭਾਦੋਏ ਪਰਮ ਪੁਲਾਣੀਆਂ ਦੂਜੇ ਲੱਗਾ ਹੇਤ। ਭਾਦੋਏ ਭਾਵੇਂ ਮਹੀਨੇ ਦਾ ਸਿਰਨਾਵਾ ਆ, ਪਰ ਜਦੋਂ ਅਸੀਂ ਇਹਨੂੰ ਨੈਰੋ ਡਾਊਨ ਕਰਦੇ ਹਾਂ ਐਜ਼ ਏ ਲੈਂਗੁਇਸਟਿਕ ਸਾਈਡ ਤੋਂ ਇੱਕ ਵਰਡ ਦੇ ਰੂਪ ਦੇ ਵਿੱਚ, ਫਿਰ ਇਹਦੇ 2 ਹਿੱਸੇ ਬਣਦੇ ਨੇ, ਭਾ ਦੋਏ, ਦੁਬਿਧਾ, ਦੁਚਿੱਤੀ, ਡੁਐਲਿਟੀ। ਡੁਐਲਿਟੀ ਬਹੁਤ ਖਤਰਨਾਕ ਹਾਲਤ ਆ। ਇੱਕ ਤੇ ਬੰਦਾ ਆ ਕਿ ਅਨਕੌਂਸ਼ੀਅਸ ਅਨਕੰਪੈਟੀਬਲ ਲਾਈਫ ਵਿੱਚ ਆ, ਮਤਲਬ ਉਹਨੂੰ ਪਤਾ ਹੀ ਨਹੀਂ ਕਿ ਕੰਪੈਟੀਬਿਲਿਟੀ ਵੀ ਕੋਈ ਚੀਜ਼ ਹੁੰਦੀ ਹੈ, ਉਹਨੂੰ ਪਤਾ ਹੀ ਨਹੀਂ ਜ਼ਿੰਦਗੀ ਦੇ ਵਿੱਚ ਕੁਝ ਆਪਣੇ ਆਪ ਦਾ ਸੁਧਾਰ ਵੀ ਕੋਈ ਚੀਜ਼ ਹੁੰਦੀ ਹੈ। ਉਹ ਵੀ ਐਟਲੀਸਟ ਉਹ ਇਨੋਸੈਂਟ ਆ, ਉਹਦਾ ਤੇ ਬਚਾ ਆ ਫਿਰ ਵੀ, ਕਿਉਂਕਿ ਪਤਾ ਹੀ ਨਹੀਂ ਇਸ ਲੈਵਲ 'ਤੇ। ਜਿਵੇਂ ਕਈ ਵਾਰ ਲੋਕ ਨੀਮ ਲੈਵਲ ਤੋਂ ਥੱਲੇ ਹੁੰਦੇ ਨੇ, ਮੈਂਟਲੀ ਉਸ ਐਬਿਲਿਟੀ ਨਹੀਂ ਹੁੰਦੀ।
ਸਹੀ ਗਲਤ ਵੇਖਣ ਦੀ, ਚੰਗਾ ਮਾੜਾ ਵੇਖਣ ਦੀ। ਸਾਡੇ ਮੈਂਟਲ ਹੈਲਥ ਦੇ ਵਿੱਚ ਜਿਨ ਕਈ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਦਵਾਈ ਦੀ ਕੀ ਇੰਪੋਰਟੈਂਸ ਆ, ਕਿਸੇ ਜਿਹੜਾ ਹੈਗਾ ਟਰੀਟਮੈਂਟ 'ਚ ਕਿਉਂ ਜਾਣਾ ਆ, ਕਿਉਂ ਸਰਟਨ ਕਿਸਮ ਦੀਆਂ ਇੰਸਟਰਕਸ਼ਨਸ ਫੋਲੋ ਕਰਨੀਆਂ ਨੇ। ਫਿਰ ਉਹਨਾਂ ਵਾਸਤੇ ਜਿਹੜੇ ਅਥਾਰਟੀਜ਼ ਨੇ ਉਹ ਫਿਰ ਇੱਕ ਸਪੈਸੀਫਿਕਲੀ ਟੀਮ ਅਪੋਇੰਟ ਕਰਦੇ, ਉਹਨੂੰ ਕਹਿੰਦੇ ਐਕਟ ਟੀਮ। ਉਹਨਾਂ ਦੇ ਜਗ੍ਹਾ ਤੋਂ ਫਿਰ ਕੰਮ ਕਰਦੀ ਹੈ, ਜਿਹੜਾ ਕੰਮ ਉਹਨਾਂ ਨੇ ਕਰਨਾ ਆ ਉਹ ਕਰਦੇ ਨੇ। ਉਹ ਫਿਰ ਦੱਸਦੇ ਉਹਨਾਂ ਨੂੰ ਆਹ ਖਾਣਾ ਖਾਣ ਦਾ ਟਾਈਮ ਹੈ, ਆਹ ਦਵਾਈ ਖਾਣ ਦਾ ਟਾਈਮ ਹੈ, ਆਹ ਤੂੰ ਹੁਣ ਜਿਹੜਾ ਹੈਗਾ ਹੁਣ ਤੂੰ ਸੈਰ ਕਰਨੀ ਹੈ, ਇਸ ਤਰ੍ਹਾਂ ਕਰਨਾ ਹੈ। ਉਹਨੂੰ ਫਿਰ ਐਕਟ ਕਰਵਾ ਰਹੇ ਨੇ। ਕਿਉਂ? ਕਿਉਂਕਿ ਉਹਨੂੰ ਪਤਾ ਹੀ ਨਹੀਂ। ਸੋ ਇਹ ਹੈ ਅਨਕੌਂਸ਼ੀਅਸ ਜਿਹੜਾ ਬੰਦਾ ਅਨਕੰਪੈਟੀਬਲ ਹੈਗਾ। ਇਹ ਤਾਂ ਬਲੈਸਿੰਗ ਇੱਕ ਤਰ੍ਹਾਂ ਦੀ ਮੰਨ ਲਓ ਉਸ ਲੈਵਲ 'ਤੇ। ਚਲੋ ਅਸੀਂ ਜਾਨਵਰਾਂ ਦੀ ਦੁਨੀਆ 'ਚ ਐਵੇਂ ਵੇਖ ਹੀ ਲੈਂਦੇ ਹਾਂ ਕਈ ਵਾਰ, ਪਰ ਇਸ ਤਰੀਕੇ ਨਾਲ ਮੰਨਿਆ ਜਾਏ। ਪਰ ਜਿੱਥੇ ਬੰਦਾ ਕੌਂਸ਼ੀਅਸ ਲੈਵਲ 'ਤੇ ਅਨਕੰਪੈਟੀਬਲ ਹੋ ਜਾਏ, ਪਤਾ ਵੀ ਹੈ ਠੀਕ ਅਤੇ ਗਲਤ ਕੀ ਹੈ, ਫਿਰ ਗਲਤ ਦਾ ਪੱਲਾ ਫੜਦਾ ਆ। ਦੁਬਿਧਾ ਇਹੀ ਹੈ, ਦੁਬਿਧਾ ਇਹ ਨਹੀਂ ਹੈ ਵੀ ਦੋ ਚਿੱਤੀ ਸੀ ਪਰ ਠੀਕ ਚੁਣ ਲਿਆ, ਮੇਨ ਡੁਐਲਿਟੀ ਖਤਮ ਹੋ ਗਈ। ਯੂ ਆਰ ਚੂਜ਼ਿੰਗ ਰਾਈਟ ਪਾਥ ਬਟ ਯੂ ਹੈਵ ਸਮ ਕਾਈਂਡ ਆਫ ਡੁਐਲਿਟੀ ਐਂਡ ਆਫਟਰ ਦ ਡੁਐਲਿਟੀ ਯੂ ਆਰ ਮੇਕਿੰਗ ਰੋਂਗ ਚੋਇਸ। ਇੱਥੇ ਜਾ ਕੇ ਗੜਬੜ ਹੋ ਗਈ। ਇਹਨੂੰ ਗੁਰੂ ਸਾਹਿਬ ਨੇ ਕਿਹਾ ਭਾ ਦੋਏ। ਜਦੋਂ ਦੋ ਰਾਹ ਦਿਸਦੇ, ਦੁਰਾਹਾ ਦਿਸਦਾ ਤੇ ਉਹਦੇ 'ਚ ਭਰਮ ਪੈ ਜਾਂਦਾ, ਉਹਦੇ 'ਚ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਇੰਜ ਕਹਿ ਲਓ ਕਿ ਕਨਫਿਊਜ਼ਨ ਜਿਹੜੀ ਹੈ ਉਹ ਵੱਧ ਜਾਂਦੀ। ਭਾ ਦੋਏ ਭਰਮ ਭੁਲਾਣੀਆਂ, ਤੇ ਭੁੱਲ ਗਏ ਹੁਣ ਕਿਹੜੇ ਪਾਸੇ ਜਾਣਾ ਸੀ, ਸਹੀ ਰਾਹ ਕਿਹੜਾ ਚੂਜ਼ ਕਰਨ ਦਾ। ਤੇ ਹੋਇਆ ਕਿ ਦੂਜੇ ਲੱਗਾ ਹੇਤ। ਸਹੀ ਚੂਜ਼ ਕਰਨ ਦੀ ਬਜਾਏ ਸੈਕਿੰਡ ਜਿਹੜਾ ਸੀਗਾ ਉਹ ਚੂਜ਼ ਕਰ ਲਿਆ। ਜਿਵੇਂ ਸਪੋਜ਼ ਕਰੋ ਤੁਸੀਂ ਗੁੱਸਾ ਵੀ ਚੂਜ਼ ਕਰ ਸਕਦੇ ਹੋ, ਤੁਸੀਂ ਪੇਸ਼ੈਂਸ ਵੀ ਚੂਜ਼ ਕਰ ਸਕਦੇ ਹੋ। ਬਟ ਇਨ ਦੈਟ ਸਿਚੁਏਸ਼ਨ ਯੂ ਪੇ ਅਟੈਂਸ਼ਨ ਟੂਵਰਡ ਐਂਗਰ ਇਮੋਸ਼ਨਸ। ਓਕੇ, I will go with anger। ਦੂਜਾ ਲੱਗਾ ਹੇਤ, ਹਾਲਾਂਕਿ ਉਦੋਂ ਸਮਾਂ ਸੀ ਪੇਸ਼ੈਂਸ ਵਿਖਾਉਣ ਦਾ। ਤੁਸੀਂ ਕਿਸੇ ਕਿਸਮ ਦਾ ਐਨੀਮਿਟੀ, ਹੇਟਰਡ, ਉਹਨੂੰ ਵੀ ਚੂਜ਼ ਕਰ ਸਕਦੇ ਹੋ। ਤੁਸੀਂ ਉਹਦੇ ਕੰਪੈਰੇਟਿਵਲੀ ਇੱਕ ਤਰ੍ਹਾਂ ਦਾ ਕੰਪੈਸ਼ਨ, ਪਿਆਰ, ਲਵ, ਇਹ ਵੀ ਚੂਜ਼ ਕਰ ਸਕਦੇ ਹੋ। ਤੁਸੀਂ ਉਹਨੂੰ ਛੱਡ ਕੇ ਹੇਟਡ, ਨਫ਼ਰਤ ਨੂੰ ਚੂਜ਼ ਕਰ ਲਿਆ। ਦੂਜੇ ਲੱਗਾ ਹੇਤ। ਤੁਸੀਂ ਕਿਸੇ ਨੂੰ ਫੋਰਗਿਵ ਵੀ ਕਰ ਸਕਦੇ ਹੋ। ਤੁਸੀਂ ਰਿਵੈਂਜ ਬੇਸਡ ਬਿਹੇਵੀਅਰ ਵੀ ਚੂਜ਼ ਕਰ ਸਕਦੇ ਹੋ। ਜਦੋਂ ਰਿਵੈਂਜ ਬੇਸਡ ਬਿਹੇਵੀਅਰ, ਅਦਲੇ ਦਾ ਬਦਲਾ, ਜੈਸੇ ਕੋ ਤੈਸਾ, ਇਹਦਾ ਮਤਲਬ ਚੂਜ਼ ਦੂਜਾ ਲੱਗਾ ਹੇਤ। ਤੁਸੀਂ ਆਪਣੇ ਆਪ ਨੂੰ ਇੱਕ ਫੇਕ ਜਸਟੀਫਿਕੇਸ਼ਨ ਦੇ ਕੇ ਮਾੜੇ ਤੋਂ ਮਾੜੇ ਕੰਮ ਵਾਸਤੇ ਵੀ ਆਪਣੇ ਆਪ ਨੂੰ ਕਹਿ ਸਕਦੇ ਹੋ ਮੈਨੂੰ ਕੋਈ ਪਰਵਾਹ ਨਹੀਂ ਹੈਗੀ, ਹੂ ਕੇਅਰ। ਇਹ ਵੀ ਹੋ ਸਕਦਾ ਤੁਸੀਂ ਰਿਮੋਰਸਫੁਲ ਚੂਜ਼ ਕਰ ਲਓ। ਯੂ ਨੋ, ਈਵਨ ਦੋ I was actually doing that stuff and it's wrong. Even I have done it. I should be remorseful. I should be very actually feeling apology for that. ਇਹ ਵੀ ਚੂਜ਼ ਕਰ ਸਕਦੇ ਹੋ। ਪਰ ਇਹਦੇ ਵਿੱਚੋਂ ਜਦੋਂ ਇਹ ਚੀਜ਼ ਹਾਰ ਗਈ, ਦੂਜਾ ਲੱਗਾ ਹੇਤ, ਆਪਣੇ ਆਪ ਨੂੰ ਰੋਂਗ ਹੋ ਕੇ ਵੀ ਰੋਂਗਲੀ ਜਸਟੀਫਿਕੇਸ਼ਨ ਕੀ ਦਿੱਤੀ ਜਾ ਰਹੀ ਹੈ, ਇਹ ਦੂਜੇ ਲੱਗਾ ਹੇਤ ਹੈ। ਗੁਰੂ ਬਾਬਾ ਜੀ ਕਹਿੰਦੇ ਇਹ ਜੀਵਨ ਦਾ ਵਿਹਾਰ ਹੋ ਜਾਏ ਤੇਰਾ, ਦੈਨ ਨੈਕਸਟ ਲਾਈਨ ਸੁਣੋ ਹੁਣ, ਲੱਖ ਸ਼ਿੰਗਾਰ ਬਣਾਇਆ। ਹੁਣ ਧਰਮ ਦੀ ਦੁਨੀਆ ਦੀ ਗੱਲ ਆ ਸਾਰੀ। ਧਰਮ ਦੀ ਦੁਨੀਆ ਦਾ ਸ਼ਿੰਗਾਰ ਕੀ ਹੋਏਗਾ? ਯੂ ਨੋ, ਧਰਮ ਦੀ ਦੁਨੀਆ ਦਾ ਵਾਟ ਇਜ਼ ਦ ਐਕਚੁਅਲੀ ਮੇਕਅਪ ਇਨ ਰਿਲੀਜੀਅਸ ਵਰਲਡ? ਧਾਰਮਿਕ ਚਿੰਨ੍ਹ, ਧਾਰਮਿਕ ਵਿਖਾਵਾ, ਧਾਰਮਿਕ ਦਿਸਣਾ, ਧਾਰਮਿਕ ਗੱਲਾਂ, ਧਾਰਮਿਕ ਹਾਵ ਭਾਵ, ਇਹ ਸਭ ਸ਼ਿੰਗਾਰ ਹੈ। ਜੇ ਚੋਇਸਿਸ ਰੋਂਗ ਨੇ ਤੇ ਬੰਦਾ ਸ਼ਿੰਗਾਰ ਧਰਮ ਦਾ ਬਣਾ ਰਿਹਾ ਹੈਗਾ। ਬਾਬਾ ਜੀ ਕਹਿੰਦੇ ਬਣਾ ਲੈ, ਲੱਖ ਬਣਾ ਲੈ, ਤੂੰ ਲੱਖ ਸ਼ਿੰਗਾਰ ਬਣਾਇਆ, ਕਾਰਜ ਨਾ ਹੀ ਕੇਤ, ਕਿਸੇ ਕੰਮ ਨਹੀਂ ਆਏਗਾ। ਇਹ ਤੇ ਗੱਲ ਇਹ ਹੈ, ਪਾਥ ਸਹੀ ਚੂਜ਼ ਕਰ। ਜਿਹੜੀ ਡੇ ਟੂ ਡੇ ਲਾਈਫ ਹੈ, ਜਿਹੜੀ ਡੇ ਟੂ ਡੇ ਡੀਲਿੰਗ ਆ, ਉਹਦੇ ਤੇ ਧਿਆਨ ਦੇ। ਤੇ ਹਰ ਪਲ, ਜਿਵੇਂ ਅਸੀਂ ਉਹ ਸੂਫੀਆਂ ਦੀਆਂ ਕਾਫੀਆਂ ਪੜ੍ਹਦੇ ਹਾਂ ਨਾ, ਤੇ ਉਹ ਕਹਿੰਦੇ ਵੀ ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ। ਤੁਹਾਡੇ ਸਟੈਪਸ ਨੇ। ਆਈਦਰ ਯੂ ਕੈਨ ਐਕਚੁਅਲੀ ਮੇਕ ਐਨੀ ਰੋਂਗ ਚੋਇਸ ਔਰ ਰਾਈਟ ਚੋਇਸ, ਇਟਸ ਆਲ ਡਿਪੈਂਡ। ਤੇ ਹਰ ਰੋਜ਼, ਹਰ ਪਲ, ਹਰ ਸਮੇਂ ਚੀਜ਼ ਹੋ ਰਹੀ ਹੈ। ਈਵਨ ਸਾਡੇ ਅੰਦਰ ਥਾਟਸ ਚੱਲ ਰਹੇ ਨੇ, ਇੱਕੋ ਸਮੇਂ ਇੱਕ ਥਾਟ ਆ ਰਿਹਾ ਜਿਹੜਾ
ਕਿਸੇ ਚੰਗਿਆਈ ਨੂੰ, ਅੱਛਾਈ ਨੂੰ, ਕਿਸੇ ਈਮਾਨ ਪ੍ਰਸਤਗੀ ਨੂੰ, ਕਿਸੇ ਗੁਰੂ ਦੀ ਸ਼ਰਧਾ ਨੂੰ ਉਹਨੂੰ ਜ਼ੋਰ ਦੇ ਰਿਹਾ, ਨਾਲ ਹੀ ਦੂਜਾ ਥਾਟਸ ਚੱਲ ਰਿਹਾ ਜਿਹੜਾ ਇਹ ਤੋਂ ਤੋੜ ਰਿਹਾ। ਪਿਕ ਅਸੀਂ ਕਰਨਾ, ਚੂਜ਼ ਅਸੀਂ ਕਰਨਾ, ਜਿਸ ਨੂੰ ਅਸੀਂ ਜਿਸ ਲੈਵਲ 'ਤੇ ਅਸੀਂ ਜਿਹੜਾ ਹੈਗਾ ਉਹਨੂੰ ਧਿਆਨ ਦੇਵਾਂਗੇ। ਮੈਂ ਇੱਕ ਸਰਲ ਐਗਜ਼ਾਮਪਲ ਦੇਣਾ ਤੁਹਾਨੂੰ। ਸਾਡੇ ਲੱਖ ਸ਼ਿੰਗਾਰ ਬਣਾਇਆ, ਇਹਦੀ ਗੱਲ ਹੋ ਰਹੀ ਹੈ। ਸਾਡੇ ਸਕੂਲਿੰਗ ਦੇ ਟਾਈਮ ਦਾ ਮੈਨੂੰ ਯਾਦ ਹੈ, ਸਾਡੇ ਸਕੂਲ ਤੋਂ ਬਾਹਰ ਨਾ ਉਹ ਕਈ ਵਾਰੀ ਵਣਜਾਰੇ ਹੁੰਦੇ ਸੀ ਅਤੇ ਉੱਥੇ ਆਪਣਾ ਮਨਿਆਰੀ ਦਾ ਸਮਾਨ ਵਗੈਰਾ ਲਗਾ ਕੇ, ਫੜੀ ਲਗਾ ਕੇ, ਜਿਵੇਂ ਇੱਥੇ ਫਲੀ ਮਾਰਕੀਟ ਹੁੰਦੀ ਹੈ, ਐਵੇਂ ਬੈਠੇ ਹੁੰਦੇ ਸੀ। ਅਸੀਂ ਬੱਚੇ ਛੋਟੇ ਛੋਟੇ ਪੜ੍ਹਨ ਵਾਲੇ, ਤਾਂ ਉੱਥੇ ਸਾਡਾ ਇੱਕ ਟੀਚਰ ਆ, ਅਤੇ ਉਹਦੇ ਨਾਲ ਗੱਲਬਾਤ ਕਰ ਰਿਹਾ, ਐਂਡ ਵੀ ਆਰ ਜਸਟ ਐਕਚੁਅਲੀ ਵਿਟਨੈਸਿੰਗ ਦੇਅਰ ਕਨਵਰਸੇਸ਼ਨਸ। ਅਤੇ ਉਹਨੂੰ ਪੁੱਛਦਾ ਆ ਟੀਚਰ, ਉਹਨੂੰ ਕਹਿੰਦਾ, ਓਏ ਤੁਸੀਂ ਕਿਹੜੀਆਂ ਮਨਿਆਰੀਆਂ, ਉਹ ਚੂੜੀਆਂ ਬਾਰੇ ਗੱਲ ਕਰਦਾ ਉਹਦੇ ਨਾਲ, ਕਿ ਕਿਹੜੀਆਂ ਚੂੜੀਆਂ ਨੇ ਜਿਹੜੀਆਂ ਜ਼ਿਆਦਾ ਵਿਕਦੀਆਂ ਨੇ ਤੁਹਾਡੀਆਂ, ਦੱਸੋਗੇ ਮੈਨੂੰ? ਅਤੇ ਉਹ ਕਹਿੰਦਾ, ਮਾਸਟਰ ਜੀ ਹੱਸ ਕੇ ਕਹਿੰਦਾ, ਤੁਹਾਨੂੰ ਸੱਚੀ ਗੱਲ ਦੱਸਾਂ? ਕਹਿੰਦਾ ਹਾਂ। ਕਹਿੰਦਾ ਉਹੀ ਚੂੜੀਆਂ ਜ਼ਿਆਦਾ ਵਿਕਦੀਆਂ ਨੇ ਜਿਹੜੀਆਂ ਅਸੀਂ ਜ਼ਿਆਦਾ ਸਜਾ ਕੇ ਰੱਖਦੇ ਹਾਂ, ਬਸ ਹੋਰ ਕੁਛ ਨਹੀਂ ਹੈਗਾ। ਜਿਸ ਨੂੰ ਅਸੀਂ ਪ੍ਰੋਪਰ ਜਿਹੜੀ ਹੈ ਡੈਮੋਸਟ੍ਰੇਸ਼ਨ ਦਿੰਦੇ ਹਾਂ, ਜਿਹਨੂੰ ਅਸੀਂ ਪ੍ਰੋਪਰਲੀ ਪ੍ਰੈਜੈਂਟੇਸ਼ਨ ਦਿੰਦੇ ਹਾਂ, ਉਹ ਜ਼ਿਆਦਾ ਵਿਕ ਜਾਂਦੀ ਹੈ, ਜਿਹਨੂੰ ਲੋਕਾਂ ਦਾ ਧਿਆਨ ਜ਼ਿਆਦਾ ਖਿੱਚਦਾ ਹੈਗਾ। ਐਗਜ਼ੈਕਟਲੀ ਜੀਵਨ ਦੇ ਵਿੱਚ ਇਹੀ ਹੈ। ਜਿਹੜੇ ਵਕਾਰ, ਔਗਣ, ਅਲਾਮਤਾਂ ਨੇ, ਇਹ ਜ਼ਿਆਦਾ ਅਟਰੈਕਟਿਵ ਲੱਗਦੇ ਨੇ, ਅਸੀਂ ਜ਼ਿਆਦਾ ਗਾਹਕ ਬਣੀ ਜਾਂਦੇ ਹਾਂ ਇਹਨਾਂ ਦੇ। ਜੇ ਕਿਤੇ ਇੰਨੀ ਅਪੀਲਿੰਗ ਸਾਨੂੰ ਸ਼ੁਭਤਾ, ਚੰਗਿਆਈ ਲੱਗਣ ਲੱਗ ਜੇ, ਇਸੇ ਕਰਕੇ ਕਿਹਾ ਜਾਂਦਾ ਬਾਣੀ ਵੱਧ ਪੜੋ, ਸੰਗਤ ਚੰਗੀ ਕਰੋ, ਇਹ ਸਭ ਦੇ ਨਾਲ ਹੋ ਜਾਏਗਾ। ਪਰ ਇਹਦੇ ਮੁਕਾਬਲਤਨ ਬੰਦਾ ਡੇ ਟੂ ਡੇ ਲਾਈਫ ਦੇ ਵਿੱਚ ਔਗਣਾਂ ਨੂੰ ਤਰਜੀਹ ਦਿੰਦਾ ਹੈ ਅਤੇ ਵਿਖਾਵਾ, ਡੈਮੋਸਟ੍ਰੇਸ਼ਨ ਇਹ ਕਰਦਾ ਹੈ। ਲੱਖ ਸ਼ਿੰਗਾਰ ਬਣਾਇਆ, ਜਸਟ ਸ਼ਿੰਗਾਰ ਬਣਾ ਰਿਹਾ ਧਾਰਮਿਕ ਤੌਰ 'ਤੇ। ਅਤੇ ਸਾਹਿਬ ਕਹਿੰਦੇ ਕਾਰਜ ਨਾ ਹੀ ਕੇਤ, ਕਿਸੇ ਕੰਮ ਨਹੀਂਗਾ। ਫਿਰ ਉਹ ਭਾਵੇਂ ਜਿਸ ਮਰਜ਼ੀ ਲੈਵਲ 'ਤੇ ਹੋਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋਗੇ, ਪੀਪਲ who were claiming that they have renounced this world totally. You can listen in Guru Granth Sahib Maharaj Singh, ਸ਼ਬਦ ਪੜ੍ਹਦੇ ਹਾਂ, ਸਾਹਿਬ ਕਹਿੰਦੇ ਨੇ ਕਿ ਕੀਤਾ ਕੀ ਪਗ ਉਪੇ ਤਾਣਾ, ਆਪਣਾ ਕੀਆ ਕਮਾਣਾ, ਅਲਮਲ ਖਾਈ, ਸਿਰ ਛਾਈ ਪਾਈ। ਬੰਦੇ ਨੇ ਕੱਪੜੇ ਛੱਡ ਦਿੱਤੇ, ਬੰਦੇ ਨੇ ਸਭ ਚੀਜ਼ ਘਰ-ਬਾਰ ਛੱਡ ਦਿੱਤਾ, ਇੱਥੋਂ ਤੱਕ ਕਿ ਪਗ ਉਪੇ ਤਾਣਾ, ਪੈਰ ਦੇ ਵਿੱਚ ਜੁੱਤੀ ਪਾਣੀ ਛੱਡਦੀ। ਕਿੱਡਾ ਵੱਡਾ ਧਾਰਮਿਕ ਸੰਕਲਪ ਹੈ। ਅੱਜ ਤੇ ਤੁਸੀਂ ਏਡੇ ਏਡੇ ਸੋਹਣੇ ਰੋਡ ਬਣੇ ਦੇਖਦੇ ਹੋ, ਸੜਕਾਂ ਬਣੀਆਂ ਦੇਖਦੇ ਹੋ, ਸਭ। ਜੇ ਪੁਰਾਣੇ ਸਮੇਂ ਚਲੇ ਜਾਓ, ਜੰਗਲ ਬਿਆਬਾਨ ਸੀਗੇ, ਬੰਦਾ ਕੱਪੜਾ ਤੇ ਹੋ ਸਕਦਾ ਛੱਡ ਦੇ, ਘਰ ਤੇ ਛੱਡ ਦੇ, ਪਰ ਪੈਰ 'ਚ ਜੁੱਤੀ ਨਹੀਂ ਪਾਏਗਾ ਤਾਂ ਕੀ ਹੋਏਗਾ? ਕੰਡੇ ਚੁੱਭਣਗੇ, ਰੋੜੇ ਚੁੱਭਣਗੇ, ਵਿੱਚ ਉਹਦੇ ਮਿੱਟੀ ਜਾਏਗੀ, ਬੈਕਟੀਰੀਆ ਜਨਰੇਟ ਹੋਏਗਾ, ਲੇਟਰ ਔਨ ਉਹਦੇ 'ਚ ਕੀੜੇ ਪੈ ਜਾਣਗੇ, ਪਾਕ ਪੈ ਜਾਏਗੀ। ਕੈਸਾ! ਤੇ ਇਹੋ ਜਿਹੇ ਲੋਕ ਤੁਹਾਨੂੰ ਅਜੇ ਵੀ ਮਿਲ ਜਾਣਗੇ ਉਸ ਖਿੱਤੇ ਦੇ ਵਿੱਚ। ਤੇ ਲੋਕੀ ਉਹਨਾਂ ਨੂੰ ਕਹਿੰਦੇ ਬਸ ਜੀ ਇਹ ਰੱਬ ਹੀ ਅਸਲ ਦੇ ਵਿੱਚ। ਇਦੋਂ ਵੱਡੀ ਗੱਲ ਕੀ ਹੋਏਗੀ? ਏਡਾ ਵੱਡਾ ਤਿਆਗੀ। ਇਹ ਸ਼ਿੰਗਾਰ ਹੈ, ਧਰਮ ਦੀ ਦੁਨੀਆ ਦਾ ਸ਼ਿੰਗਾਰ। ਗੁਰੂ ਬਾਬਾ ਜੀ ਕਹਿੰਦੇ ਤੂੰ ਕਰ ਲੈ, ਲੱਖ ਸ਼ਿੰਗਾਰ ਬਣਾਇਆ, ਪਗ ਉਪੇ ਤਾਣਾ, ਆਪਣਾ ਕੀਆ ਕਮਾਣਾ। ਗੁਰੂ ਸਾਹਿਬ ਕਹਿੰਦੇ ਇਹ ਕੋਈ ਇਹ ਨਹੀਂ ਕੋਈ ਤੇਰੇ ਕੋਲ ਪਾਪ ਕੱਟੇ ਜਾ ਰਹੇ ਨੇ, ਨਾ ਨਾ ਨਾ, ਤੂੰ ਆਪਣੇ ਕੀਏ ਨੂੰ ਕਮਾ ਰਿਹਾ, ਤੂੰ ਅਕਲ ਨਹੀਂ ਪੇ ਕਰ ਰਿਹਾ ਅਸਲ ਦੇ ਵਿੱਚ। ਹਾਲਤ ਇਹ ਬਣੇਗੀ, ਅਲਮਲ ਖਾਈ, ਸਿਰ ਛਾਈ ਪਾਈ, ਮੂਰਖ ਅੰਧੇ ਪੱਤ ਗਵਾਈ। ਤੂੰ ਆਪਣੀ ਬੇਪਤੀ ਕਰਵਾ ਲਈ, ਨਾ ਦੁਨੀਆ 'ਚ ਜਿਉ ਸਕਿਆ ਇੱਜ਼ਤ ਨਾਲ, ਨਾ ਇੱਥੋਂ ਇੱਜ਼ਤ ਨਾਲ ਵਿਦਾ ਹੋਏਗਾ ਧਰਤੀ ਦੇ ਉੱਤੋਂ। ਇਸ ਕਰਕੇ ਸ਼ਿੰਗਾਰ ਉਹ ਜਿਹੜਾ ਜੀਵਨ ਨੂੰ ਸੋਭੇ। ਧਾਰਮਿਕ ਤੌਰ 'ਤੇ ਸਾਡੇ ਵੀ ਰੂਪ ਦੇ ਵਿੱਚ ਦੇਖੀ ਬਾਤ ਆਈ ਹੈ। ਗੁਰੂ ਬਾਬਾ ਜੀ ਨੇ ਕਿਹਾ ਸੀਗਾ, ਦੇਖੋ ਅਸੀਂ ਬਚਨ ਪੜ੍ਹਦੇ ਹਾਂ ਕਿ ਅਸੀਂ ਪੰਜ ਕਕਾਰੀ ਬਣਨਾ ਆ, ਅਸੀਂ ਸਿੱਖ ਬਣਨਾ ਆ, ਸਭ ਚੀਜ਼ਾਂ ਕਰਨੀਆਂ ਨੇ। ਪਰ ਬਾਬਾ ਜੀ ਨੇ ਕਿਹਾ ਜੇ ਵਾਕਿਆ 'ਚ ਤੂੰ ਇਸ ਗੱਲ ਦਾ ਧਾਰ ਨਹੀਂ ਹੋਣਾ ਤੇ ਮੇਰੀ ਇੱਕ ਚੀਜ਼ ਚੇਤੇ ਰੱਖੀ, ਰਹਿਣੀ ਰਹਿ ਸੋਈ ਸਿੱਖ ਮੇਰਾ। ਜਿਹੜਾ ਰਹਿਣੀ ਰਹਿਤ 'ਚ ਹੈ, ਤੇ ਰਹਿਣੀ ਰਹਿਤ ਦਾ ਮਤਲਬ ਕੀ ਹੈ ਕਿ ਜਿਹਦੇ 'ਚ ਅਮਲਾਤਮਕ ਰੂਪ ਦੇ ਵਿੱਚ ਨੂੰ ਅਸੀਂ ਕਹਿ ਲਈਏ ਕਿ ਹਰ ਲੈਵਲ 'ਤੇ ਜਿਹਦੇ 'ਚ ਉਹ ਚੀਜ਼ ਆ, ਇਹ ਹੈ ਸ਼ਿੰਗਾਰ। ਇਸ ਸ਼ਿੰਗਾਰ ਨੂੰ ਪ੍ਰੋਪਰਲੀ ਫੋਲੋ ਕਰ, ਅਦਰਵਾਈਜ਼ ਹੋਰ ਕਿਸੇ ਕਾਰਜ ਕੋਈ ਕੇਤ ਨਹੀਂ। ਤੇ ਦੁਬਿਧਾ ਦੁਚਿਤੀ ਹਮੇਸ਼ਾ ਜਿੱਤ ਰਹੀ ਹੈ, ਵਕਾਰਾਂ ਦੀ ਦੁਨੀਆ ਹਮੇਸ਼ਾ ਜਿੱਤ ਰਹੀ ਹੈ। ਉਹਦੀ ਬਾਤ ਆਈ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾ ਹੀ ਕੇਤ। ਫਿਰ ਕਿਆ? ਜਿਤ ਦਿਨ ਦੇਹ ਬਿਨਸੀ। ਇੱਕ ਅਲਟੀਮੇਟ ਰਿਐਲਿਟੀ ਦੀ ਪਿਕਚਰ ਸਾਡੇ ਸਾਹਮਣੇ ਲਿਆਂਦੀ। ਲੇਟਰ ਔਰ ਸੂਨਰ ਵੀ ਆਰ ਆਲ ਗੋਨਾ ਡਾਈ।
That is reality. Mortality is unavoidable. That is essential. We are mortal, mean to death. We have to face this permanent separation. ਸਾਨੂੰ ਦੁਨੀਆ ਤੋਂ ਸਦੀਵ ਕਾਲੀ ਜੁਦਾਈ ਸਾਡੀ ਹੋਏਗੀ ਪੱਕੀ। ਕੋਈ ਬੰਦਾ ਇਹਦੇ ਜਿਹੜਾ ਹੈਗਾ ਐਕਸੈਪਸ਼ਨਲ ਨਹੀਂ ਹੈਗਾ। ਸਾਨੂੰ ਤਾਂ ਕਿਹਾ ਗਿਆ ਰਾਮ ਗਇਓ, ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ। ਇੱਥੇ ਤੇ ਵੱਡੇ ਵੱਡੇ ਦਾਨਵ ਦੇਵਤੇ ਨਾ ਰਹੇ। ਇੱਥੇ ਤੇ ਭਗਤ ਫਰੀਦ ਜੀ ਨੇ ਕਿਹਾ ਚੇਤੇ ਰੱਖੀ, ਜੇ 100 ਵਰਿਆਂ ਜੀਵਣਾ ਪੀਤਨ ਹੋਸੀ ਖੇ। ਵੈਸੇ 2 ਡਿਜਿਟ 'ਚ ਬੰਦੇ ਦੀ ਜਿਹੜੀ ਉਮਰ ਆ, ਏਜ ਹੈ, ਕੰਪਲੀਟ ਹੋ ਜਾਂਦੀ ਹੈ। There are actually rarely you can see people who are crossing 3rd digit. ਭਗਤ ਫਰੀਦ ਜੀ ਨੇ ਕਿਹਾ 3 ਡਿਜਿਟ ਵੀ ਹੋ ਜਾ, 100 ਵੀ ਕ੍ਰਾਸ ਕਰ ਜਾ, ਪਰ ਮਰਨਾ ਤੇ ਹੈ ਨਾ। ਜਦੋਂ ਮਰਨਾ ਆ, ਵਿਦਾ ਹੋਣਾ ਆ, ਜਿਤ ਦਿਨ ਦੇਹ ਬਿਨਸ ਸੀ, ਉਸ ਦਿਨ ਜਿਹੜਾ ਸਰੀਰਕ ਤਲ ਤੇ ਜੀਆ ਬੰਦਾ ਆ, ਇਹ ਸਾਰਾ ਉਹਦਾ ਮੰਜ਼ਰ ਆਮ ਵੀ ਦਿਖਾਇਆ ਇਹਦੇ ਵਿੱਚ। ਉਹਦੀ ਕੀ ਹਾਲਤ ਹੋਏਗੀ? ਦੇਖੋ, ਕੱਲਾ ਫਿਜ਼ੀਕਲੀ ਤੇ ਸਭ ਕੁਛ ਨਹੀਂ ਨਾ ਚੱਲਦਾ, ਬੰਦੇ ਦੇ ਅੰਦਰ ਦੀ ਦੁਨੀਆ 'ਚ ਵੀ ਬਹੁਤ ਕੁਛ ਚੱਲ ਰਿਹਾ ਹੈ। ਈਵਨ ਜੇ ਆਪਾਂ ਰੈਸ਼ਨਲ ਸਾਈਡ ਤੋਂ ਵੀ ਗੱਲ ਕਰੀਏ, ਤੇ ਪੀਪਲ ਹੂ ਆਰ ਕਲੇਮਿੰਗ they are atheist, they don't have any belief system, but still they have something. And nowadays people are coming on next level. In Europe you can see actually a lot of people who are followers of Scientology. They believe in rational thinking, they believe in science, actually innovations. ਉਹਦਾ ਰੀਜ਼ਨ ਇਹ ਹੈਗਾ, ਸਾਇੰਸਟੋਲੋਜੀ ਰੀਜ਼ਨ ਵੀ ਹੋਣਾ ਉਹਦਾ ਬੜਾ ਜ਼ਰੂਰੀ, ਸਮਝਣਾ ਜ਼ਰੂਰੀ ਹੈ। ਕਿਉਂਕਿ ਸਕ੍ਰਿਪਚਰ ਇਹ ਕਹਿੰਦਾ ਆ ਕਿ ਸੂਰਜ ਜਿਹੜਾ ਆ ਉਹ ਧਰਤੀ ਦੇ ਦੁਆਲੇ ਘੁੰਮ ਰਿਹਾ। ਜੇ ਬੰਦਾ ਸਾਇੰਸ ਨੂੰ ਮੰਨਦਾ, ਸਾਇੰਸ ਕਹਿੰਦੀ ਹੈ ਨੋ, ਧਰਤੀ ਸੂਰਜ ਦੇ ਦੁਆਲੇ ਘੁੰਮ ਰਹੀ ਹੈ। ਦੈਟ ਇਜ਼ ਟੋਟਲੀ ਆਪੋਜ਼ਿਟ। ਫਿਰ ਕੀਤਾ ਕੀ ਜਾਏ? ਫਿਰ ਦੂਜੇ ਪਾਸੇ ਕਿਉਂਕਿ ਜੇ ਸਕ੍ਰਿਪਚਰ ਦੇ ਵਿੱਚ ਤੇ ਮਾਡਰਨ ਸਾਇੰਸ ਦੇ ਵਿੱਚ ਇਹਨਾਂ ਦੋਵਾਂ 'ਚ ਗੜਬੜ ਹੋ ਗਈ, ਦੈਨ ਆਈ ਹੈਵ ਟੂ ਕੁਇਟ ਐਟਲੀਸਟ ਵਨ ਥਿੰਗ। ਭਾਵੇਂ ਇਹਨੂੰ ਕੁਇਟ ਕਰਾਂਗਾ ਜਾਂ ਉਹਨੂੰ ਕੁਇਟ ਕਰਾਂਗਾ। ਤੇ ਉੱਥੇ ਪਤਾ ਲੱਗਾ ਕਿ ਜੇ ਧਰਮ ਤੋਂ ਬਾਗੀ ਹੋ ਜਾਣਾ, ਧਰਮ ਤੋਂ ਦੂਰ ਚਲਾ ਜਾਣਾ, ਫਿਰ ਅੰਦਰ ਖਲਾ ਪੈਦਾ ਹੋ ਜਾਂਦਾ, ਫਿਰ ਅੰਦਰ ਦੀ ਦੁਨੀਆ ਨਹੀਂ ਸਮਝ ਆਉਂਦੀ। ਫਿਰ ਕੀਤਾ ਕੀ ਜਾਏ? ਦੈਨ ਦੇ ਡਿਸਕਵਰਡ a new school of thought, that is Scientology. ਸਭ ਚੀਜ਼ਾਂ ਸਾਇੰਸ ਦੀਆਂ ਕਾਢਾਂ ਦੇ ਮੁਤਾਬਕ ਮੰਨਣੀਆਂ ਨੇ, ਪਰ ਸਪਿਰਿਚੁਅਲਿਟੀ ਨੂੰ, ਰੂਹਾਨੀ ਦੁਨੀਆ ਬਾਰੇ ਗਿਆਨ ਜ਼ਰੂਰ ਹਾਸਲ ਕਰਨਾ ਹੈ। ਫਿਰ ਇਹੋ ਜਿਹੇ ਲੋਕ ਈਸਟਰਨ ਸਕੂਲ ਵਾਲੇ ਪਾਸੇ ਵੱਧ ਰਹੇ ਨੇ, ਜਿਹੜਾ ਉਸ ਪਾਸੇ ਨੂੰ ਜਾ ਰਹੇ ਨੇ। ਤੁਸੀਂ ਦੇਖੋ ਸਾਡੇ ਕੈਨੇਡਾ ਦੇ ਵਿੱਚ, ਤੁਸੀਂ ਦੇਖੋ ਕਿੱਡੇ ਕਿੱਡੇ ਵੱਡੇ ਬੋਧੀਆਂ ਦੇ ਮੰਦਰ ਨਵੇਂ ਬਣ ਰਹੇ ਨੇ। ਤੁਸੀਂ ਜੇ ਕਿਤੇ ਈਸਟ ਐਂਡ ਤੇ ਚਲੇ ਜਾਓ, ਐਡੀ ਵੱਡੀ, ਮਤਲਬ ਇੱਕ ਨਵੀਂ ਦੁਨੀਆ, ਜਿਹੜੀ ਅੰਦਰ ਦੀ ਦੁਨੀਆ ਲੱਭ ਰਹੇ ਲੋਕ ਸਾਰੇ। ਹਾਲਾਂਕਿ ਅਜੇ ਉਹ ਬੜਾ ਪ੍ਰੀਮੈਚਿਓਰ ਥਾਟ ਹੈ। ਮੈਂ ਸੌਰੀ ਟੂ ਸੇ ਆਮ ਸੇਇੰਗ ਇਟ, ਮੈਂ ਵੈਲੂਏਟ ਕਰਨ ਵਾਸਤੇ ਨਹੀਂ ਬੈਠਾ, ਬਟ ਅਜੇ ਹੈ। ਜਦੋਂ ਗੁਰਬਾਣੀ ਵਰਗਾ ਲੇਟੈਸਟ ਰਚਨਾ ਤੁਸੀਂ ਪੜ੍ਹੋਗੇ, ਫਿਰ ਅਗਲੇ ਲੈਵਲ ਦੀ ਗੱਲ ਆਏਗੀ। ਸਮਾਧੀ ਲਾਉਣੀ ਬੜੀ ਜ਼ਰੂਰੀ ਹੈ, ਪਰ ਸਮਾਧੀ ਤੋਂ ਨੈਕਸਟ ਸਟੈਪ ਵੀ ਹੈ। ਬਾਬਾ ਨਾਨਕ ਜੀ ਨੇ ਬਾਤ ਇੱਥੋਂ ਸ਼ੁਰੂ ਕੀਤੀ ਸੀ, ਚੁੱਪ ਹੈ ਚੁੱਪ ਨਾ ਹੋ ਬਈ, ਜੇ ਲਾਏ ਰਹਾ ਲਿਵਤਾਰ। ਬਿਲਕੁਲ ਇਸ ਟਕਾ ਇੱਕ ਟਿਕ ਇਸ ਤਰੀਕੇ ਨਾਲ ਤੂੰ ਬੈਠ ਜਾਏ। ਟੋਟਲੀ you are focused on your breathing, you are focused on your thoughts, you are focused on yourself, and you enjoy your actually stillness, your present, ਜਿਹੜੀ ਤੇਰੀ here and now ਦੀ situation ਆ, actually living in present, but still ਲਾਈਫ ਕੱਲੇ ਬਹਿਣ ਦੀ ਤੇ ਹੈ ਨਹੀਂ, ਤੇ ਮੂਵ ਕਰਨ ਦੀ ਹੈ। ਜਦੋਂ ਮੂਵ ਕਰੇਗਾ, ਜਦੋਂ ਤੁਰੇਗਾ, ਉੱਥੇ ਜਾ ਕੇ ਪਤਾ ਲੱਗੇਗਾ ਕਿ ਡੀਲ ਕਿਵੇਂ ਕਰਨਾ ਹੁਣ ਇਹਦੇ ਨਾਲ, ਹੁਣ ਸਿਚੁਏਸ਼ਨ ਵਿੱਚ ਕਿਵੇਂ ਜੀਣਾ ਆ। ਫਿਰ ਤੈਨੂੰ ਆਈਡੀਓਲੋਜੀ ਚਾਹੀਦੀ ਹੈ, ਵਿਚਾਰਧਾਰਾ ਚਾਹੀਦੀ ਹੈ, ਫਿਰ ਸ਼ਬਦ ਆਏਗਾ, ਫਿਰ ਖਿਆਲ ਆਉਣਗੇ, ਫਿਰ ਬਚਨ ਆਉਣਗੇ। ਇੱਥੇ ਜਾ ਕੇ ਫਿਰ ਸ਼ਬਦ ਦੀ ਲੋੜ ਪੈਂਦੀ ਬੰਦੇ ਨੂੰ। ਇੱਥੇ ਜਿਹੜਾ ਗੁਰੂ ਬਾਬਾ ਜੀ ਨੇ ਬਾਤ ਕੀਤੀ ਹੈ, ਤੇ ਅਲਟੀਮੇਟਲੀ ਕਰਦਿਆਂ ਕਰਦਿਆਂ ਇੱਕ ਲੈਵਲ ਉਹ ਵੀ ਆਉਣਾ ਆ, ਜਿਤ ਦਿਨ ਦੇਹ ਬਿਨਸ ਸੀ, ਜਿੱਦਣ ਇਹ ਸਭ ਕੁਛ ਨੂੰ ਛੱਡ ਦੇਣਾ। ਵੈਸੇ ਤਾਂ ਸਾਰੀ ਉਮਰ ਇਹਦੇ ਦੁਆਲੇ ਜੀਨੇ ਆ, ਇਹੀ ਹੈ। ਇੱਕ ਦਿਨ ਪਤਾ ਲੱਗਦਾ ਹੈ, ਯੂ ਹੈਵ ਟੂ ਲੀਵ ਨਾਓ। ਵਟ, ਵੇਅਰ ਟੂ ਗੋ, ਵਟਸ ਗੋਨਾ ਹੈਪਨ। ਪਿੱਛੇ ਕਰਕੇ ਰਿਸਰਚ ਵੀ ਆਈ ਸੀਗੀ ਗੂਗਲ 'ਤੇ, ਪੈਂਡੈਮਿਕ ਦੇ ਦੌਰਾਨ ਜਦੋਂ ਸ਼ੁਰੂ ਹੋਈ ਹੈ, ਉਸ ਤੋਂ ਲੈ ਕੇ ਹੁਣ ਤੱਕ ਸਭ ਤੋਂ ਵੱਡੇ ਲੈਵਲ 'ਤੇ ਜਿਨ੍ਹਾਂ ਚੀਜ਼ਾਂ ਨੂੰ ਸਰਚ ਕੀਤਾ ਗਿਆ ਹੈਗਾ, ਉਹਨਾਂ ਦੇ ਵਿੱਚ ਆਇਆ ਗਿਆ ਆਫਟਰ
ਡੈਥ, ਮੌਤ ਤੋਂ ਬਾਅਦ ਕੀ। ਕਿਉਂਕਿ ਬੰਦੇ 'ਚ ਇੱਕ ਅਜੀਬ ਤਰ੍ਹਾਂ ਦਾ ਸਹਿਮ, ਡਰ, ਉਹ ਸਭ ਚੀਜ਼ਾਂ ਅੰਦਰ ਪਰਤੀਆਂ ਪਈਆਂ ਨੇ। ਗੁਰੂ ਬਾਬਾ ਜੀ ਨੇ ਕਿਹਾ ਜਿਤ ਦਿਨ ਦੇਹ ਬਿਨਸ ਸੀ ਉਸ ਦਿਨ ਤੇਰੀ ਹਾਲਤ ਕੀ ਬਣਨੀ ਹੈ, ਇਸ ਕਲਬੂਤ ਫਿਜ਼ੀਕਲ ਸਟਰਕਚਰ ਦੀ। ਤਿਤ ਵੇਲਾ ਕਹਿਸਨ ਪ੍ਰੇਤ, ਤੈਨੂੰ ਭੂਤ ਕਿਹਾ ਜਾਏਗਾ। ਪ੍ਰੇਤ ਜਿਹੜੀ ਬਾਡੀ ਹੈ, ਜਿਹੜੀ ਖਾਸ ਕਰਕੇ ਸਰੀਰ ਦੇਹ ਆ, ਜਿਹਦੇ 'ਚ ਜ਼ਿੰਦਗੀ ਜਿਹੜੀ ਲਾਈਫ ਵਿਚ ਇਜ਼ ਹੈਪਨਿੰਗ ਇਨਸਾਈਡ, ਇਫ ਇਟ ਸਟਾਪ ਹੈਪਨਿੰਗ, ਜੇ ਉਸ ਤਰੀਕੇ ਨਾਲ ਜ਼ਿੰਦਗੀ ਚੱਲਣੀ ਬੰਦ ਹੋ ਜਾਏ, ਦੈਨ ਵਟ ਦ ਨੈਕਸਟ ਲੈਵਲ ਇਜ਼, ਇਹ ਚੀਜ਼ ਆਪਣੇ ਆਪ ਵਿੱਚ ਤੁਹਾਨੂੰ ਡਰਾਉਣ ਲੱਗ ਜਾਏਗੀ, ਲੋਕ ਡਰਨ ਲੱਗ ਜਾਣਗੇ। ਅਤੇ ਚਲੋ ਉਸ ਤੋਂ ਤੇ ਦੂਰ ਜਾਣ ਦਾ ਤਰੀਕਾ ਇਹ ਹੈ ਕਿ ਸਮ ਪੀਪਲ ਕੈਨ ਬਰੀ ਇਟ, ਸਮ ਪੀਪਲ ਕੈਨ ਕ੍ਰਿਮੀਨੇਟ, ਯੂ ਨੋ, ਦੇ ਆਰ ਟੂ ਐਕਚੁਅਲੀ, ਹੋਰ ਵੀ ਹੈਗੇ, ਬਟ ਇਹ ਮੇਨ ਅਸੀਂ ਦੋ ਦੇਖਦੇ ਹਾਂ, ਇਸ ਤਰੀਕੇ ਨਾਲ ਹੋ ਜਾਏਗਾ। ਪਰ ਜਿਸ ਤੋਂ ਅਗਲੇ ਲੈਵਲ 'ਤੇ ਬਾਤ ਆ ਜਾਏ, ਬੰਦੇ ਦਾ ਕਿਤੇ ਭੁਲੇਖਾ ਹੀ ਪੈ ਜਾਏ, ਸੁਪਨਾ ਹੀ ਆ ਜਾਏ, ਦੈਨ ਟੋਟਲੀ ਐਕਚੁਅਲੀ ਡਿਫਰੈਂਟ। ਫਿਰ ਤਾਂ ਬੰਦਾ ਡਰ ਹੀ ਗਿਆ ਨਾ। ਤੁਸੀਂ ਜਿਹੜਾ ਭਾਰਤੀ ਖਿੱਤੇ ਦੇ, ਈਵਨ ਦੁਨੀਆ ਪੱਧਰ 'ਤੇ ਹੋਏਗਾ, ਪਰ ਆਪਾਂ ਨੂੰ ਜਿੱਥੋਂ ਦਾ ਜ਼ਿਆਦਾ ਪਤਾ ਆ, ਉੱਥੇ ਤੁਸੀਂ ਦੇਖੋ ਆ ਜਿਹੜੇ ਝਾੜੇ ਫੂਕਿਆਂ ਵਾਲੇ ਅਤੇ ਓਝੇ ਅਤੇ ਇਹਨਾਂ ਦੇ ਕਾਰੋਬਾਰ ਕਿਉਂ ਜ਼ਿਆਦਾ ਚੱਲਦੇ ਨੇ। ਜਦੋਂ ਗੁਜ਼ਰੇ ਲੋਕਾਂ ਦੇ ਬਾਰੇ ਲੋਕਾਂ ਨੂੰ ਇਹ ਦੱਸਦੇ ਨੇ, ਤੁਹਾਡੇ ਕਿਸੇ ਦੀ ਗਤੀ ਨਹੀਂ ਹੋਈ, ਮੁਕਤੀ ਨਹੀਂ ਹੋਈ, ਫਲਾਣੇ ਦਾ ਸੁਪਨਾ ਆ ਰਿਹਾ ਹੈ, ਆ ਨੁਕਸਾਨ ਇਸ ਕਰਕੇ ਹੋ ਰਿਹਾ ਹੈ, ਇਹ ਸਭ ਚੀਜ਼ਾਂ ਅੰਦਰ ਜਿਹੜੀਆਂ ਬੰਦੇ ਦੇ ਚੱਲਦੀਆਂ ਨੇ। ਹਾਲਾਂਕਿ ਫਸਟ ਲੈਵਲ 'ਤੇ ਗੱਲ ਇਹ ਹੈ, ਬੰਦੇ ਨੇ ਚੋਇਸਿਸ ਗਲਤ ਕੀਤੀਆਂ ਨੇ। ਭਾਦ ਦੋਏ, ਜਿਹੜੀ ਚੀਜ਼ ਨਹੀਂ ਜਾਣੀ ਚਾਹੀਦੀ ਦੁਵਿਧਾ ਦੇ ਵਿੱਚ ਉੱਧਰ ਜਾ ਰਿਹਾ ਹੈ, ਉੱਥੋਂ ਸਭ ਚੀਜ਼ਾਂ ਆ ਰਹੀਆਂ ਨੇ। ਅਦਰਵਾਈਜ਼ ਲਾਈਫ ਦੇ ਪ੍ਰੋਸੈਸ ਨੂੰ ਪ੍ਰੋਪਰਲੀ ਅੰਡਰਸਟੈਂਡ ਕਰ ਜਾਂਦਾ। ਕੋਈ ਆਇਆ, ਕੋਈ ਗੁਜ਼ਰ ਗਿਆ, ਆਪਣੇ ਸਨੇਹੀ ਪਿਆਰੇ ਮਿੱਤਰ ਸਭ ਗੁਜ਼ਰੇ, ਭਾਵੇਂ ਆਪ ਵੀ ਗੁਜ਼ਰਨਾ ਆ, ਪਰ ਚੋਇਸਿਸ ਠੀਕ ਕਰ ਰਹੇ ਜ਼ਿੰਦਗੀ ਦੀਆਂ। ਜਿਹੜੀ ਉਹ ਜਿਹਨੂੰ ਅਸੀਂ ਨਿਰਵਾਣਾ ਕਹਿੰਦੇ ਹਾਂ, ਮੋਕਸ਼ ਕਹਿੰਦੇ ਹਾਂ, ਸੈਲਵੇਸ਼ਨ ਕਹਿੰਦੇ ਹਾਂ, ਵਟ ਐਵਰ ਨੇਮ ਪੀਪਲ ਹੈਵ ਫॉर दैट, ਮਹਾਰਾਜ ਇਜ਼ ਸੇਇੰਗ ਯੂ ਕੈਨ ਕੈਰੀ ਵਿਦ ਯੋਰ ਸੈਲਫ। ਤੂੰ ਉਸਨੂੰ ਕੈਰੀ ਕਰ ਸਕਣਾ ਆਪਣੇ ਨਾਲ। ਇੱਥੇ ਬਚਨ ਲਿਖਿਆ ਮਹਾਰਾਜ ਨੇ, ਜਦੋਂ ਦੇਹ ਬਿਨਸ ਗਈ ਉਸ ਤੋਂ ਬਾਅਦ ਵਾਲੀ ਹਾਲਤ ਇਹ ਹੈ, ਸਰੀਰ ਦੀ ਹੁਣ ਹੋ ਰਹੀ ਗੱਲ, ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਹੀ, ਕਿਸੇ ਨਾ ਦੇਣੀ ਭੇਤ। ਜਿਹੜਾ ਅੰਦਰ ਬੋਲਣ ਵਾਲਾ ਉਹ ਸਾਰ ਤੱਤ ਹੈ ਸਾਡੇ, ਉਸ ਨੂੰ ਤਾਂ ਗੁਰੂ ਬਾਬਾ ਜੀ ਕਹਿੰਦੇ ਦੂਤ ਜਮ ਲੈ ਗਏ। ਹੁਣ ਦੂਤ ਜਮ ਲੈ ਗਏ, ਇਹ ਬਾਬਾ ਜੀ ਦਾ ਪਰਸਨਲ ਓਪੀਨੀਅਨ ਨਹੀਂ ਹੈਗਾ, ਨਾ ਗੁਰਬਾਣੀ ਦਾ ਉਸ ਲੈਵਲ 'ਤੇ। ਗੁਰਬਾਣੀ ਦੀ ਆਈਡੀਓਲੋਜੀ ਤਾਂ ਇਹ ਹੈ ਕਿ ਜਿਹੜਾ ਸਿੱਖ ਆ ਨਾ, ਉਸ ਨੂੰ ਕੋਈ ਵੀ ਬੰਧਨ ਨਹੀਂ, ਉਹਨੂੰ ਮੌਤ ਵੀ ਨਹੀਂ ਪਾਉਂਦੀ। ਉਹਦੇ ਲਈ ਜੀਵਨ ਦਾ ਰਹਿਣਾ ਨਾ ਰਹਿਣਾ ਇੱਕ ਮਦਰ ਨੇਚਰ ਦੇ ਲਾ ਨੂੰ ਸਮਝਣ ਦੇ ਨਾਲ ਉਹਨੂੰ ਇੰਨਾ ਕਲੀਅਰ ਹੋ ਜਾਂਦਾ ਹੈ, ਉਹਨੂੰ ਲੱਗਦਾ ਕੁਛ ਵੀ ਨਹੀਂ। ਜਿਵੇਂ ਗੁਰੂ ਅਰਜਨ ਸਾਹਿਬ ਕਹਿੰਦੇ, ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਇਹ ਆ ਗਈ ਲੈਵਲ ਉਹਨੂੰ। ਤੇ ਪਰ ਇਹ ਜਿਹੜੀ ਹੈ, ਇਹ ਜਿਹੜੇ ਪੁਰਾਣੇ ਬਲੀਵ ਸਿਸਟਮ ਆ ਰਹੇ ਨੇ ਸਾਡੇ, ਗੁਰੂ ਬਾਬਾ ਜੀ ਉਹਦੀ ਗੱਲ ਕਰਦੇ, ਅਤੇ ਉਸ ਦੇ ਨਾਲ ਭਾਰਤੀ ਖਿੱਤੇ ਦੇ ਲੋਕਾਂ ਦੇ ਬਲੀਵ ਸਿਸਟਮ ਨੂੰ ਲਿਆ ਕੇ ਉਹਨਾਂ ਨੂੰ ਇੰਪਾਵਰਮੈਂਟ ਦਿੰਦੇ, ਸਮਝ ਦਿੰਦੇ, ਜੇ ਇਸੇ ਚੀਜ਼ ਨੂੰ ਮੰਨਦੇ ਹੋ ਨਾ, ਆਓ ਦੁਬਿਧਾ 'ਚ ਨਾ ਜੀਏ, ਸਹੀ ਚੋਇਸਿਸ ਬਣਾਈਏ। ਇੱਥੇ ਬਚਨ ਆ ਰਿਹਾ ਹੈਗਾ, ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ। ਕਿਸੇ ਨੂੰ ਕੋਈ ਭੇਤ ਨਹੀਂ ਆਉਂਦਾ। ਜਿਹਨੂੰ ਤੁਸੀਂ ਰੂਹ ਕਹਿ ਲਓ, ਜਦੋਂ ਕਬਜ਼ ਹੋ ਗਈ, ਜਦੋਂ ਉਹਨੂੰ ਮੌਤ ਦਾ ਦੂਤ ਲੈ ਗਿਆ, ਕਿੱਥੇ ਗਿਆ ਕੋਈ ਨਹੀਂ ਜਾਣਦਾ। ਕੋਈ ਬਾਤ 'ਚ ਆ ਕੇ ਦੱਸੇ ਫਿਰ ਤੇ ਪਤਾ ਵੀ ਲੱਗੇ। ਸਭ ਕਹਿੰਦੇ ਕਿਸੇ ਨੂੰ ਕੋਈ ਭੇਤ ਨਹੀਂ ਹੈਗਾ। ਛੱਡ ਖੜੋਤੇ ਖਿਨੇ ਮਾਹੇ ਜਿਨ ਸਿਉ ਲੱਗਾ ਹੇਤ। ਹੇਤ ਹੁੰਦਾ ਸਨੇਹ, ਪਿਆਰ। ਜਿਨ੍ਹਾਂ ਨਾਲ ਬੜਾ ਪਿਆਰ ਕਰਦੇ ਹਾਂ, ਉਹ ਸਭ ਛੱਡ ਕੇ ਇੱਕ ਪਾਸੇ ਲਾਮੇ ਹੋ ਜਾਂਦੇ ਨੇ। ਕੋਈ ਫਿਰ ਕੋਵਿਡ ਦੇ ਟਾਈਮ ਵਿੱਚ ਤੇ ਪੀਪਲ ਹੈਵ ਲਰਨਡ ਸੋ ਮਚ, ਯੂ ਨੋ। ਕਿਤੇ ਮਾੜਾ ਜਿਹਾ ਹੁਣ ਤੇ ਫਿਰ ਥੋੜ੍ਹੀ ਸਮਝ ਹੋਣ ਤੇ ਲੱਗ ਗਈ। ਫਿਰ ਵੀ ਲੋਕੀ ਕੁਝ ਜਿਹੜਾ ਹੈਗਾ ਆ, ਕੁਆਰੰਟੀਨ ਦੇ ਟਾਈਮ ਵਿੱਚ ਕੋਈ ਸਪੋਰਟ ਕਰ ਦਿੰਦੇ। ਕੁਛ ਸ਼ੁਰੂ ਵਿੱਚ ਇਹ ਹੋ ਗਿਆ ਵੀ ਕਿਸੇ ਨੂੰ ਛਿੱਕ ਵੀ ਆ ਗਈ ਤਾਂ ਭਾਵੇਂ ਜੋ ਦੂਸਰਾ ਬੰਦਾ ਕਿ ਨੋ ਵੇ ਦੂਰ ਹੋ ਜਾ, ਬਸ ਇਹਨੂੰ ਤੇ ਹੁਣੀ ਜਿਹੜਾ ਹੈਗਾ ਇਹਦਾ ਸੋਸ਼ਲ ਬਾਈਕਾਟ ਕਰੋ। ਫੈਮਲੀਜ਼ ਦੇ ਵਿੱਚ, ਪਰਿਵਾਰਾਂ ਦੇ ਵਿੱਚ, ਆਪਨੇ ਇੰਡੀਆ 'ਚ ਦੇਖਿਆ ਹੋਣਾ, ਮਾਪਿਆਂ ਦੀ ਲਾਸ਼ ਬੱਚੇ ਲੈਣ ਨਹੀਂ ਗਏ। ਸਨੇਹੀ ਛੱਡ ਖੜੋਤੇ ਖਿਨੇ ਮਾਹੇ, ਇਸ ਤਰ੍ਹਾਂ ਹੋ ਗਿਆ ਕਿ ਬਸ ਇਹਦੇ ਬਿਲਕੁਲ ਨੇੜੇ ਜਿਹਾ ਆਪੋ ਆਪਣੇ ਆਪੋ ਧਾਪੀ ਪੈ ਗਈ ਸਾਰੇ ਦੀ ਸਾਰੇ। ਸਭ ਕਹਿੰਦੇ ਕਿਹਨੂੰ ਹੇਤੂ ਸਮਝਦਾ ਤੂੰ। ਬੰਦੇ ਦਾ ਜਿਹੜਾ ਮਾਈਂਡ ਸੈਟ ਆ, ਇਹ ਬੜਾ ਸਵਾਰਥੀ ਤੇ ਲਾਲਚੀ ਹੈ। ਬੰਦਾ ਜੇ ਵਾਕਿਆ 'ਚ ਹੀ ਰੂਹਾਨੀ ਤੌਰ 'ਤੇ ਉਸ ਲੈਵਲ 'ਤੇ ਆ ਜਾਏ ਨਾ, ਆਪ ਦੇਖੋ ਜਿਹੜੇ ਜਿਹਨੂੰ ਅਸੀਂ ਕਹਿ ਰਹੇ ਹੈਗੇ ਹਾਂ ਕਿ ਪੀਪਲ ਹੂ ਆਰ ਵਰਕਿੰਗ ਇਨ ਫਰੰਟ ਲਾਈਨ, ਉਹ ਵੀ ਤਾਂ ਆਪਣੀ ਜ਼ਿੰਦਗੀ ਨੂੰ ਕਿਸੇ ਦਾਅ 'ਤੇ ਲਗਾ ਕੇ ਉਕਾਰੀ ਰਹੇ ਨੇ।
ਤੁਸੀਂ ਉਹਨਾਂ ਲੈਵਲ ਤੇ ਜਿਹੜੇ ਲੋਕ ਆਪਣੇ ਹੀ ਸਨੇਹੀਆਂ ਦੀ, ਆਪਣੇ ਹੀ ਪਿਆਰਿਆਂ ਦੀ ਬੋਡੀ ਲੈਣ ਤੱਕ ਨਹੀਂ ਜਾ ਰਹੇ, ਇਹਦਾ ਮਤਲਬ ਇਹ ਕਾਹਦਾ ਹੇਤ ਸੀਗਾ ਫਿਰ। ਹੁਣ ਤੇ ਚਲੋ ਬੜਾ ਤੁਸੀਂ ਵੱਖਰੇ ਵੱਖਰੇ ਲੈਵਲ ਤੇ ਲੋਕਾਂ ਦਾ ਨੈਸ਼ਨਲ ਹੁਡਿਜ਼ਮ ਵੀ ਦੇਖਦੇ ਹੈਗੇ ਹੋ, ਤੇ ਬਹੁਤ ਕੁਝ ਐਸੀਆਂ ਚੀਜ਼ਾਂ ਤੁਸੀਂ ਦੇਖਦੇ ਹੋ। ਗੁਰੂ ਸਾਹਿਬ ਦੇ ਦੌਰ ਨੂੰ ਯਾਦ ਕਰੀਏ। ਈਵਨ ਅੱਜ ਵੀ ਸਿੱਖਾਂ ਦਾ ਵੱਡਾ ਹਿੱਸਾ ਸੇਵਾ ਕਰਨ ਤੋਂ ਪਿੱਛੇ ਨਹੀਂ ਹਟ ਰਿਹਾ, ਪਰ ਜਦੋਂ ਅਸੀਂ ਦੇਖਦੇ ਹੈਗੇ ਆ ਗੁਰੂ ਅਰਜਨ ਸਾਹਿਬ ਦੇ ਟਾਈਮ ਦੇ ਵਿੱਚ ਵੱਡੀ ਇੱਕ ਬਿਮਾਰੀ ਫੈਲਦੀ ਹੈ, ਪੈਂਡੈਮਿਕ, ਪਲੇਗ, ਲਾਹੌਰ ਦੇ ਵਿੱਚ, ਪੰਜਾਬ ਦੇ ਆਲੇ ਦੁਆਲੇ। ਕੋਈ ਬੰਦਾ ਬੌੜੀ ਨਹੀਂ ਕਰਦਾ, ਗੁਰੂ ਅਰਜਨ ਸਾਹਿਬ ਬੌੜੀ ਕਰਦੇ ਨੇ। ਇਤਿਹਾਸ ਸਾਰੀ ਗਵਾਹੀ ਮਿਲਦੀ ਸਾਨੂੰ। ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਜਾਂਦੇ, ਦੁਆ ਦਾਰੂ ਕਰਦੇ, ਸਭ ਚੀਜ਼ਾਂ, ਸਫਾਈ ਕਰਦੇ। ਉਹਨਾਂ ਮਰਿਆਂ ਨੂੰ ਉਹਨਾਂ ਨੂੰ ਖਾਕੇ ਸਪੁਰਦ ਕਰਨਾ, ਖਾਕੇ ਆਤਿਸ਼ ਕਰਨਾ, ਗੁਰੂ ਸਾਹਿਬ ਆਪ ਕਰਾਉਂਦੇ ਨਾਲ ਹੋ ਕੇ। ਚਲੋ ਉਹ ਤੇ ਹਿਸਟਰੀ 'ਚ ਸ਼ਾਇਦ ਤੁਸੀਂ ਨਾ ਕਿਤੇ ਪੜ੍ਹਿਆ ਹੋਏ, ਪਰ ਗੁਰੂ ਹਰਕ੍ਰਿਸ਼ਨ ਸਾਹਿਬ ਬਾਰੇ ਤਾਂ ਸਾਰੇ ਜਾਣਦੇ ਹਾਂ ਅਸੀਂ। ਸੋ ਇਹ ਹੈ, ਹੇਤ ਇਹ ਹੈ ਮਨੁੱਖਤਾ ਨਾਲ ਪਿਆਰ ਕਰਨ ਵਾਲੇ ਲੋਕ, ਉਹ ਜੋ ਲੋਕ ਨੇ ਉਹ ਫਿਰ ਉਸ ਲੈਵਲ ਤੇ ਆ ਜਾਂਦੇ। ਅਦਰਵਾਈਜ਼ ਜਿਹੜਾ ਅਸੀਂ ਸੰਸਾਰਕ ਮੋਹ ਤੇ ਕਰਦੇ ਹਾਂ, ਇਹ ਤੇ ਚੀਜ਼ਾਂ, ਵਸਤਾਂ, ਲਾਲਚਾਂ ਦਾ ਸਾਰੇ ਦਾ ਸਾਰਾ ਆ। ਗੁਰੂ ਸਾਹਿਬ ਕਹਿੰਦੇ ਇਹਨਾਂ ਪਿੱਛੇ ਲੱਗ ਕੇ ਧਰਮ ਨਾ ਗਵਾ, ਦੂਜੇ ਲੱਗਾ ਹੇਤ ਨਾ ਕਰ। ਅਦਰਵਾਈਜ਼ ਜਿਹੜੇ ਲੋਕ ਐਸੇ ਨੇ ਉਹਨਾਂ ਬਾਰੇ ਕੀਤਾ, ਛੱਡ ਖੜੋਤੇ ਖੇਨੇ ਮਾਹੇ ਜਿਨ ਸਿਉ ਲੱਗਾ ਹੇਤ, ਫਿਰ ਕਿਆ ਹੱਥ ਮਰੋੜੇ ਤਨ ਕਪੇ ਸਿਆਹੋਂ ਹੋਵਾ ਸੇਤ। ਇੱਕ ਲੈਵਲ ਇਹ ਵੀ ਹੈ ਬੰਦੇ ਦੇ ਅੰਦਰ, ਜਦੋਂ ਜੋਬਨ ਦੀ ਦਹਲੀਜ ਹੈ, ਜਦੋਂ ਬੰਦਾ ਤਗੜਾ ਆ, ਜਦੋਂ ਬੰਦਾ ਮਤਲਬ ਉਸ ਲੈਵਲ ਤੇ ਆਪ ਤੇ ਫਿਰ ਵੀ ਯੰਗ ਬੱਚੇ ਕਾਫੀ ਗੁਰਦੁਆਰਾ ਸਾਹਿਬ ਦੀ ਹਦੂਦ 'ਚ ਦਿਖਦੇ ਨੇ। ਅਦਰਵਾਈਜ਼ ਆਪ ਦੇਖੋਗੇ ਜਦੋਂ ਜਵਾਨੀ ਹੈ, ਜਦੋਂ ਬਾਹਾਂ 'ਚ ਜਾਨ ਆ, ਤਾਬ ਆ, ਸਾਰਾ ਕੁਝ, ਉਦੋਂ ਬੰਦੇ ਨੂੰ ਕਹੋ ਕੋਈ ਚੰਗਾ ਕੰਮ ਕਰ, ਪਾਠ ਕਰ, ਚੰਗੇ ਗੁਣ ਸਿੱਖ, ਇਹੋ ਜਿਹੀਆਂ ਚੀਜ਼ਾਂ, ਉਹ ਕਹਿੰਦਾ ਹੂ ਕੇਅਰ। ਤੈਨੂੰ ਕਿਹਾ ਜਾਏ ਕਿ ਓਏ ਤੈਨੂੰ ਹੋ ਸਕਦਾ ਕੱਲ ਨੂੰ ਪਾਠ ਦੀ ਲੋੜ ਪਏ। ਪਾਠ ਦੀ? ਵਟ ਆਰ ਯੂ ਕ੍ਰੇਜ਼ੀ? ਕੀ ਲੋੜ ਪਏਗੀ ਮੈਨੂੰ? ਕਿਉਂਕਿ ਉਦੋਂ ਕਿਸੇ ਚੀਜ਼ ਦੀ ਜ਼ਰੂਰਤ ਲੱਗਦੀ ਨਹੀਂ ਗੀ। ਹਾਂ, ਪਾਠ ਦੀ ਲੋੜ ਕਦੋਂ ਪੈਂਦੀ ਹੈ? ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਕੇ ਵਾਈਂਡ ਅਪ ਕਰ ਦੇਣਾ ਬਾਕੀ ਬਚਨ। ਸਾਡੇ ਇੱਕ ਬੜੇ ਪਿਆਰੇ ਸੱਜਣ ਸੀਗੇ ਇੱਥੇ, ਅਤੇ ਉਹਨਾਂ ਦਾ ਫੈਮਿਲੀ ਮੈਂਬਰ ਹੌਸਪੀਟਲਾਈਜ਼ ਹੋਇਆ, ਏਜਡ ਸੀਗੇ ਉਹ, ਅਤੇ ਉਹਨਾਂ ਦੀ ਕੁਝ ਹਾਰਟ ਦੇ ਵਿੱਚ ਜਿਹੜੇ ਹੁੰਦੇ ਨਾ ਕੁਝ ਥੋੜ੍ਹੀ ਜਿਹੀ ਆਰਟਰੀਜ਼ ਬਲੋਕੇਜ ਸੀਗੀਆਂ, ਅਤੇ ਉਹਨਾਂ ਵਾਸਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਅਸੀਂ ਵੀ ਵਿਲ ਟਰਾਈ ਟੂ ਓਪਨ ਇਟ, ਜੇ ਨਾ ਹੋ ਸਕਿਆ ਤਾਂ ਅਸੀਂ ਉਹਦੇ ਅੰਦਰ ਜਿਹੜੇ ਸਟੱਡਸ ਵਗੈਰਾ ਪਾ ਦਿੰਦੇ, ਉਸ ਤਰੀਕੇ ਨਾਲ ਅਸੀਂ ਉਹ ਕਰਾਂਗੇ। ਠੀਕ ਹੈ ਜੀ। ਉਹ ਬੜੇ ਡਰ ਰਹੇ ਸੀਗੇ ਕਿ ਨਹੀਂ ਨਹੀਂ ਮੁਸ਼ਕਿਲ ਹੈ। ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ, ਐਨਸਥੀਸ਼ੀਆ ਦੇ ਦਿੰਦੇ ਹਾਂ, ਡਿਊਰਿੰਗ ਐਨਸਥੀਸ਼ੀਆ ਵੀ ਵਿਲ ਡੂ। ਅਦਰਵਾਈਜ਼ ਤਾਂ ਉਹ ਗੱਲਾਂ ਕਰਦੇ ਕਰਦੇ ਕਰ ਦਿੰਦੇ, ਅੱਜ ਕੱਲ੍ਹ ਤੁਹਾਨੂੰ ਪਤਾ ਇਸ ਕਿਸਮ ਦੀ ਗੱਲ ਹੈ। ਉਹ ਐਨਸਥੀਸ਼ੀਆ 'ਚ ਉਹਨਾਂ ਨੂੰ ਪਾ ਕੇ ਅਤੇ ਉਹਨਾਂ ਨੇ ਜਿਹੜਾ ਹੈਗਾ ਅੰਦਰ ਉਹਨਾਂ ਦੇ ਸਟੱਡਸ ਵਗੈਰਾ ਜਿਹੜੇ ਨੇ ਉਹ ਆਰਟਰੀਜ਼ ਫਿਕਸ ਕਰਨ ਦੀ ਟਰਾਈ ਕੀਤੀ, ਹੋ ਗਿਆ। ਉਹ ਜਿਵੇਂ ਜਿਵੇਂ ਐਨਸਥੀਸ਼ੀਆ ਜਾ ਰਿਹਾ ਅਤੇ ਹੋਸ਼ ਆ ਰਹੀ ਹੈ, ਅਤੇ ਉਹ ਡਿਫਰੈਂਟ ਵੇ ਨਾਲ ਬਿਹੇਵ ਕਰ ਰਿਹਾ ਬੰਦਾ। ਜਿਤਨੀ ਦੇਰ ਤੱਕ ਉਹਨੂੰ ਥੋੜ੍ਹੀ ਚੰਗੀ ਤਰ੍ਹਾਂ ਹੋਸ਼ ਆਈ, ਉਹ ਤਾਂ ਬਹੁਤ ਬੁਰੀ ਤਰ੍ਹਾਂ ਉਹਦੀ ਕੋਈ ਗੱਲ ਨਹੀਂ ਸਮਝ ਆ ਰਹੀ। ਖੈਰ ਉਹਨੇ ਜਦੋਂ ਥੋੜ੍ਹੀ ਦੇਰ ਬਾਅਦ ਮੈਡੀਕਲ ਜਿਹੜੇ ਪ੍ਰੋਫੈਸ਼ਨਲ ਸੀ ਉਹਨਾਂ ਦੇਖਿਆ ਵੀ ਹੋਇਆ ਕਿ ਪਤਾ ਲੱਗਾ ਐਕਚੁਅਲੀ ਉਹਦੇ ਐਨਸਥੀਸ਼ੀਆ ਦੇ ਦੌਰਾਨ ਹੀ ਉਹਨੂੰ ਸਟ੍ਰੋਕ ਹੋ ਗਈ, ਉਹਦਾ ਇੱਕ ਹਿੱਸਾ ਪੈਰਾਲਾਈਜ਼ ਹੋ ਗਿਆ। ਹੁਣ ਮੂੰਹ ਵੀ ਵਿੰਗਾ ਹੋ ਗਿਆ, ਇੱਕ ਹੱਥ ਪੈਰ ਨਹੀਂ ਚੁੱਕਿਆ ਜਾ ਰਿਹਾ, ਅਤੇ ਬੰਦੇ ਨੂੰ ਪਤਾ ਕੋਈ ਨਹੀਂ ਕਿਉਂਕਿ ਉਹ ਅਨਕੌਂਸ਼ੀਅਸ ਹੈ ਉਦੋਂ। ਜਦੋਂ ਉਹਦੇ 'ਚ ਆਇਆ ਤਾਂ ਹੁਣ ਤਾਂ ਹਾਲਤ ਬੜੀ ਪਤਲੀ ਹੈ ਕਿ ਕੈਸੀ ਹਾਲਤ ਬਣੇਗੀ। ਡਾਕਟਰਸ ਨੇ ਫੈਮਿਲੀ ਨੂੰ ਰੈਡੀ ਕੀਤਾ ਕਿ ਹੋ ਸਕਦਾ ਆ ਕਿ ਜਿਹੜਾ ਪਹਿਲਾ ਸਟ੍ਰੋਕ ਹੋਇਆ ਸੈਕਿੰਡ ਹੋ ਜਾਏ, ਜਾਂ ਹਾਰਟ ਅਟੈਕ ਹੋ ਜਾਏ, ਜਾਂ ਹੋ ਸਕਦਾ ਬਚੇ ਹੀ ਨਾ, ਕਿਉਂਕਿ ਜੇ ਜ਼ਿਆਦਾ ਇਸ ਤਰੀਕੇ ਨਾਲ ਕੀਤਾ ਤਾਂ ਇਨਰ ਬਲੀਡਿੰਗ ਹੋਣੀ ਸ਼ੁਰੂ ਹੋ ਜਾਣੀ ਹੈ। ਦੈਟਸ ਐਕਚੁਅਲੀ ਸਾਨੂੰ ਡਰ ਹੈ ਇਸ ਗੱਲ ਦਾ। ਖੈਰ ਉਹ ਘਰ ਦੇ ਇੱਕ ਮੈਂਬਰ ਨੇ ਕੋਲ ਹੋ ਕੇ ਉਹਨੂੰ ਥੋੜ੍ਹਾ ਉਹਦੇ ਅਟੈਂਸ਼ਨ ਬਾਏ ਕੀਤੀ, ਤੇ ਉਹਨੂੰ ਦੱਸਣ ਦੀ ਟਰਾਈ ਕੀਤੀ। ਥੋੜ੍ਹੀ ਦੇਰ 'ਚ ਉਹਨੂੰ ਵੀ ਰਿਅਲਾਈਜ਼ ਹੋ ਗਿਆ ਕਿ ਸਮਥਿੰਗ ਇਜ਼ ਨਾਟ ਐਕਚੁਅਲੀ ਗੁੱਡ ਵਿਦ ਮਾਈ ਬੋਡੀ। ਖੈਰ ਬਾਅਦ ਦੇ ਵਿੱਚ ਉਹ ਠੀਕ ਵੀ ਹੋ ਗਏ, ਹੌਲੀ ਹੌਲੀ ਕਰਕੇ ਥੋੜ੍ਹਾ ਥੋੜ੍ਹਾ ਬੋਲਣ ਵੀ ਲੱਗ ਗਏ, ਤੁਰਨ ਫਿਰਨ ਵੀ ਲੱਗ ਗਏ, ਅਤੇ ਮੇਰੇ ਨਾਲ ਖੂਬ ਗੱਲਬਾਤ ਹੋਈ ਉਹਨਾਂ ਦੀ। ਅਤੇ ਮੈਂ ਉਹਨਾਂ ਨੂੰ ਪੁੱਛਿਆ, ਅਤੇ ਉਹ ਕਹਿੰਦੇ ਤੈਨੂੰ ਸੱਚੀ ਦੱਸਾਂ, ਸ਼ਾਇਦ ਡਾਕਟਰਸ ਨੇ ਜੋ ਕਿਹਾ ਸੀਗਾ, ਜੋ ਉਹਨਾਂ ਨੇ ਪੇਸ਼ੇਨਗੋਈ ਕੀਤੀ ਸੀਗੀ, ਇਹ ਸੱਚ ਹੋ ਜਾਣੀ ਸੀ। ਫਿਰ ਹੋਇਆ ਕੀ ਹੋਇਆ, ਇਹ ਇੱਕਦਮ ਖਿਆਲ ਆਇਆ ਸੁਰਤ ਵਿੱਚ। ਖਿਆਲ ਤੋਂ ਬਾਅਦ ਮੇਰੇ ਅੰਦਰ ਮੈਂ ਕਿਹਾ ਚਲੋ ਜੋ ਰੱਬ ਨੇ ਕੀਤਾ, ਜੋ ਦਾਤੇ ਨੇ ਕੀਤਾ, ਠੀਕ ਹੈ। ਪਾਠ ਕਰਨ ਲੱਗ ਗਿਆ। ਕਹਿੰਦੇ ਦੈਟ ਵਾਜ਼ ਵੈਰੀ ਐਕਚੁਅਲੀ
full with soothing and giving some kind of calmness. Otherwise ਜਦੋਂ ਸਮਾਂ ਵੀ ਬਣਦਾ ਹੱਥ ਮਰੋੜੇ ਤਨ ਕਪੇ ਸਿਆਹੋਂ ਹੋਵਾ ਸੇਤ, ਸਿਆਹੋ ਜਿਹੜਾ ਚਿਹਰਾ ਉਹ ਸਵੇਤ ਹੋ ਜਾਂਦਾ, ਚਿੱਟਾ ਹੋ ਜਾਂਦਾ। ਬੰਦੇ ਦੀ ਹਾਲਤ ਜਿਹੜੀ ਹੈ ਮਰਨ ਤੋਂ ਪਹਿਲਾਂ ਮਰਨ ਵਾਲਾ ਬੰਦਾ ਤਿਆਰ ਹੋ ਜਾਂਦਾ, ਕਿਉਂਕਿ ਆਖਰੀ ਮੌਕੇ ਦੀ ਬਾਤ ਹੋ ਰਹੀ ਹੈ। ਅਗਲਾ ਬਚਨ ਲਿਖਿਆ ਮਹਾਰਾਜ ਨੇ, ਜਿਹਾ ਬੀਜਾ ਸੋ ਲੂਣਾ ਕਰਮਾ ਸੰਧੜਾ ਖੇਤ। ਬਾਕੀ ਚੇਤੇ ਰੱਖੀ, ਜੋ ਬੀਜੇਗਾ ਉਹ ਵੱਢੇਗਾ। ਇਹ ਜੀਵਨ ਦੇ ਜੀਵਨ ਤੋਂ ਬਾਅਦ ਵਾਲਾ ਭਾਵੇਂ ਕੋਈ ਜੀਵਨ ਆ। ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਹੈ। ਨਾਨਕ ਮੈਂ ਤੇਰੀ ਸ਼ਰਨ ਆਇਆ, ਆਪਣੇ ਚਰਨਾਂ ਦਾ ਜਹਾਜ਼ ਮੈਨੂੰ ਬਖਸ਼ ਸੇ। ਭਾਦੋਂ ਹੀ ਨਰਕ ਨਾ ਪਾਈਆਂ, ਗੁਰ ਰੱਖਣ ਵਾਲਾ ਹੇਤ। ਹੇਤ ਤੇ ਤੱਤੇ ਨੂੰ ਔਂਕੜ ਪਈਏ ਹਿਤੂ। ਸਾਡਾ ਹਿਤੂ ਕੌਣ ਹੈ? ਵੈਲ ਵਿਸ਼ਰ। ਮਹਾਰਾਜ ਕਹਿੰਦੇ ਗੁਰ ਰੱਖਣ ਵਾਲਾ ਹੈ ਤੁਹਾਡਾ ਹਿਤੂ, ਤੁਹਾਡਾ ਗੁਰੂ ਹੈ। ਗੁਰੂ ਦਾ ਪੱਲਾ ਨਾ ਛੱਡਿਆ ਜੇ, ਗੁਰੂ ਦਾ ਪੱਲਾ ਫੜ ਲਿਆ ਜੇ, ਡੈਫੀਨੇਟਲੀ ਕਲਿਆਣ ਹੋਏਗਾ। ਸਾਹਿਬ ਰਹਿਮਤ ਕਰਨ ਇਹੋ ਜਿਹੇ ਆਲਮੀ ਬਚਨ ਹੈ ਜੋ ਸਾਨੂੰ ਚੰਗੇਰੀ ਪ੍ਰੇਰਣਾ ਮਿਲੇ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਸਮਾਂ ਹੋ ਗਿਆ ਹੈ, ਮੈਂ ਇੱਥੇ ਸਮਾਪਤੀ ਕਰਾਂ। ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।